हाँ जी, ਆਪਾਂ ਪੁੱਤ ਜਿਹੜਾ ਪਿਛਲਾ ਟੌਪਿਕ ਕੀਤਾ ਵਾ ਉਹ ਚ ਆਪਾਂ ਫੈਰਾਡੇ ਫਰਸਟ ਐਂਡ ਸੈਕੰਡ ਲਾਅ ਕੀਤਾ ਸੀ ਤੇ ਲੈਂਜ਼ ਲਾਅ ਕੀਤਾ ਸੀ ਬੇਟਾ। ਜਲਦੀ ਜਲਦੀ ਉਹਦੇ ਬਾਰੇ ਥੋੜਾ ਜਿਹਾ ਦੱਸ ਰਿਹਾ। ਫੈਰਾਡੇ ਫਰਸਟ ਲਾਅ ਇਹ ਸੀਗਾ ਕਿ ਵੀ whenever there is a change in magnetic flux link with the coil, always आवाज आ रही है सही? यस सर। शर्मा जी चेक करो, सुमीर जी अपना पता नहीं सर, बहुत कटती पई है। मैं क्या जी, whenever the magnetic flux link with the coil changes, always EMF is induced। ਉਤ ਅਸੀਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਜਿਹੜਾ ਸਾਡੇ ਚੈਪਟਰ ਦਾ ਨਾਮ ਆ ਉਹ ਚ ਅਸੀਂ ਇਹ ਕਿਹਾ ਸੀਗਾ ਕਿ ਵੀ ਕਿਸੇ ਸਰਕਟ ਦੇ ਅੰਦਰ EMF ਦਾ ਇੰਡਿਊਸ ਹੋਣਾ, ਕਿਸੇ ਸਰਕਟ ਦੇ ਅੰਦਰ EMF ਦਾ ਇੰਡਿਊਸ ਹੋਣਾ ਜਦੋਂ ਸਰਕਟ ਦੇ ਨਾਲ ਲਿੰਕ ਜਿਹੜੀ ਮੈਗਨੈਟਿਕ ਫਲਕਸ ਆ ਉਹ ਚੇਂਜ ਹੋਵੇ। हिया कुछ कहना बेटा? हिया सानी? नो सर, गलती से हो गया। ओके, सो उन्हें ये डिफाइन किया कि भी जदों कॉइल दे अक्रॉस किसी सर्किट दे अक्रॉस थोड़ी मैग्नेटिक फ्लक्स जिहड़ी आ वो टाइम दे नाल चेंज होएगी ते मैग्नेटिक फ्लक्स दी चेंज करके कॉइल दे अंदर यानी सर्किट दे अंदर वोल्टेज इंड्यूस हो जाती। ਇਹਦਾ मतलब आ ਆਪਾਂ ਇਹ ਕਿਹਾ ਸੀਗਾ कि भी किसी सर्किट दे अंदर जे ਅਸੀਂ बैटरी ना भी लाइए यानी EMF ਦਾ सोर्स ना भी लाइए ते मैगनेट दी मूवमेंट ना या किसी भी उस मैथड ना जिन्ना तुसी सर्किट दे अक्रॉस मैग्नेटिक फ्लक्स दी अमाउंट चेंज कर सको। तुसी कहने हमेशा सर्किट दे अक्रॉस थोड़े वोल्टेज इंड्यूस हो जाती और वो वोल्टेज इंड्यूस हो कहना कदों तक रहेगी ते उसी उच्चे क्या सीगा द इंड्यूस्ड EMF will last so long, induced EMF will last so long as the change in flux continue। ਜਦੋਂ ਤੱਕ ਸਰਕਟ ਦੇ ਅੰਦਰ ਮੇਰੀ ਫਲਕਸ ਚੇਂਜ ਹੁੰਦੀ ਰਹੇਗੀ ਉਦੋਂ ਤੱਕ ਸਰਕਟ ਦੇ ਅੰਦਰ EMF ਇੰਡਿਊਸ ਹੋਏਗੀ। क्या ਇੰਨੀ ਗੱਲ ਸਮਝ ਲੱਗਦੀ ਪਈ? यस सर। आवाज कट तो नहीं रही? नो सर। नो सर। नो सर। सो ਉਹਨੂੰ ਅਸੀਂ ਡਿਫਾਈਨ ਕੀਤਾ ਕਿ ਇਹ ਫੈਰਾਡੇ ਫਰਸਟ ਲਾਅ ਸੀਗਾ। ਸੈਕੰਡ ਲਾਅ ਦੇ ਅੰਦਰ ਉਹਨੇ ਇਹ ਕਿਹਾ ਵਾ ਕਿ ਵੀ ਆਪਾਂ ਫਰਸਟ ਲਾਅ 'ਚ ਇਹ ਤਾਂ ਕਹਿਤਾ ਫਲਕਸ ਚੇਂਜ ਕਰੋ EMF ਇੰਡਿਊਸ ਹੋ ਜਾਏਗੀ, ਪਰ ਉਹਨੇ ਇਹ ਕਿਤੇ ਵੀ ਨਹੀਂ ਦੱਸਿਆ ਫਰਸਟ ਲਾਅ ਦੇ ਅੰਦਰ ਕਿੰਨੀ ਫਲਕਸ ਕਿੰਨੇ ਟਾਈਮ 'ਚ ਚੇਂਜ ਹੋਵੇ ਤੇ ਉਹਦੇ ਕੋਰਸਪੋਂਡਿੰਗ ਕਿੰਨੀ EMF ਇੰਡਿਊਸ ਹੋਏਗੀ। ਉਹਨੂੰ ਉਹਨੇ ਸੈਕੰਡ ਲਾਅ 'ਚ ਡਿਫਾਈਨ ਕੀਤਾ और ਉਹ 'ਚ ਉਹਨੇ ਡਿਫਾਈਨ ਕੀਤਾ ਦ ਮੈਗਨੀਟਿਊਡ ਆਫ EMF ਇੰਡਿਊਸਡ। ठीक है, यानी strength of EMF induced in a circuit will always directly proportional to change in magnetic flux per unit time। यानी coil दे given यानी किसी circuit दे across जो magnetic flux change हुई है वो कहता किन्नी magnetic flux किन्ने time च change हुई है ना, वो decide करेगी कि coil दे अंदर या circuit दे अंदर मेरे को voltage induce होनी किन्नी है। ਉਹ 'ਚ ਉਹਨੇ ਡਿਫਾਈਨ ਕੀਤਾ ਕਿ ਜੇ ਤੁਹਾਡੇ ਕੋਲ ਕੋਈ ਸਰਕਟ ਹੈਗਾ ਆ ਅਸੀਂ ਕਹਿੰਦੇ ਇੱਕ ਸੋਲੇਨੋਇਡ ਆ ਮੇਰਾ ਹੱਥ ਜਿਹੜਾ ਬੰਦਾ ਜਾਏਗਾ ਇਹਦੇ ਅਕ੍ਰੋਸ ਤੁਸੀਂ ਕਿਸੇ ਇੱਕ ਮੈਗਨੇਟ ਨੂੰ ਅੰਦਰ ਬਾਹਰ ਜਦੋਂ ਮੂਵ ਕਰਾ ਰਹੇ ਹੋ ਤੇ ਮੈਗਨੈਟਿਕ ਫਲਕਸ ਇਨਕਰੀਜ਼ ਜਾਂ ਡਿਕਰੀਜ਼ ਕੁਝ ਵੀ ਕਰੇ EMF ਇੰਡਿਊਸ ਹੋਏਗੀ, ਪਰ ਕਿੰਨੀ ਹੋਏਗੀ 1 ਵੋਲਟ ਹੋਏਗੀ ਕਿ 10 ਵੋਲਟ ਹੋਏਗੀ ਉਹ ਕਹਿੰਦਾ ਡਿਪੈਂਡ ਕਰੇਗਾ ਹਾਊ ਫਾਸਟ ਦਾ ਫਲਕਸ ਵਿਲ ਬੀ ਚੇਂजेस ਇਨ ਅ coil। ठीक है, यानी सेकंड लॉ दे अंदर उन्हें ये क्या हुआ कि रेट ऑफ चेंज ऑफ मैग्नेटिक फ्लक्स विल ऑलवेज डायरेक्टली प्रोपोर्शनल टू EMF इंड्यूस इन द कॉइल। क्या सेकंड लॉ समझ आया? यस सर। यस सर। ते पुੱਤ सेकंड लॉ ਦੇ ਨਾਲ ਹੀ ਆਪਾਂ ਅੱਗੇ ਕੰਟੀਨਿਊ ਕੀਤਾ ਸੀਗਾ ਲੈਂਜ਼ ਲॉ। ਆਪਾਂ सेकंड लॉ ਦੀ ਜਦੋਂ ਸਟੇਟਮੈਂਟ ਲਿਖੀ ਆ सेकंड लॉ ਦੀ ਸਟੇਟਮੈਂਟ ਦੇ ਅੰਦਰ ਆਪਾਂ ਇੱਕ ਟਰਮ ਦਿੱਤੀ ਸੀਗੀ सेकंड लॉ च लिखा सी E इक्वल टू माइनस डी पाई बाय dt ते ਇਹ ਚ ਅਸੀਂ ਜਸਟੀਫਾਈ ਕੀਤਾ ਸੀ ਮਾਈਨਸ ਨੂੰ। ਅਸੀਂ ਇਹ ਕਿਹਾ ਸੀਗਾ ਕਿ ਜਿਹੜਾ ਮਾਈਨਸ ਸਾਈਨ ਆਂਦਾ ਉਹ ਮੈਨੂੰ ਇਹ ਜਸਟੀਫਾਈ ਕਰਦਾ ਕਿ ਵੀ ਜਿਹੜੀ EMF ਇੰਡਿਊਸ ਹੋਣੀ ਆ ਉਹਨੇ ਯਾਨੀ ਜਿਹੜੀ ਵੋਲਟੇਜ ਸਰਕਟ ਚ ਬਣਨੀ ਆ ਇਹਨੇ ਸਰਕਟ ਦੇ ਅੰਦਰ ਕੀ ਕਰਨਾ ਆਪਣੇ ਆਪ ਦੇ ਅਕ੍ਰੋਸ ਜਿਹੜਾ ਕਰੰਟ ਪ੍ਰੋਡਿਊਸ ਕਰਾਣਾ ਉਸ ਕਰੰਟ ਦੇ ਕਰਕੇ ਕੋਇਲ ਤੁਹਾਡੀ ਮੈਗਨੇਟ ਬਣ ਜਾਂਦੀ ਤੇ ਕੋਇਲ ਦਾ ਮੈਗਨੈਟਿਕ ਫੀਲਡ ਜਿਹੜਾ ਹੋਏਗਾ ਉਹ ਮੈਗਨੇਟ ਦੇ ਮੈਗਨੈਟਿਕ ਫੀਲਡ ਨੂੰ ਅਪੋਜ਼ ਕਰਦਾ। यानी जो थोड़ी कॉइल दे क्रॉस आप इन्हू जस्टिफाई इस माइनस साइन ਨੂੰ ਇਦਾਂ ਕੀਤਾ ਸੀ कि जे आ एक मैं कॉइल ले लवां
ਤੇ ਇਸ ਕੋਇਲ ਨੂੰ ਜੇ ਮੈਂ ਇੱਕ ਗੈਲਵੇਨੋਮੀਟਰ ਦੇ ਨਾਲ ਅਟੈਚ ਕਰ ਲਵਾਂ ਔਰ ਇੱਕ ਇੱਥੇ ਆਪਾਂ ਮੈਗਨੇਟ ਰੱਖ ਲਈਏ ਤੇ ਅਸੀਂ ਇਹ ਕਿਹਾ ਸੀ ਬੇਟਾ ਕਿ ਜਦੋਂ ਇਸ ਮੈਗਨੇਟ ਨੂੰ ਤੁਸੀਂ ਮੂਵ ਕਰਦੇ, ਜਦੋਂ ਮੈਂ ਮੈਗਨੇਟ ਦਾ ਨਾਰਥ ਪੋਲ ਜਿਹੜਾ ਵਾ, ਠੀਕ ਹੈ ਜੀ, ਜਦੋਂ ਇਹਨੂੰ ਮੈਂ ਡਾਊਨਵਰਡ ਪੁੱਲ ਕੀਤਾ ਹਨਾ, ਉਹ ਕਹਿੰਦਾ ਅਸੀਂ ਅਬਜ਼ਰਵ ਕੀਤਾ ਕਿ ਜਦੋਂ ਮੈਗਨੇਟ ਥੱਲੇ ਨੂੰ ਜਾਣ ਲੱਗੀ ਹੈ ਨਾ ਤੇ ਸ਼ੁਰੂ ਚ ਨਾਲੋਂ ਨਾਲ ਕੀ ਹੋਣਾ ਸ਼ੁਰੂ ਹੋ ਗਿਆ, ਮੈਗਨੇਟ ਦੀ ਮੂਵਮੈਂਟ ਜਿੱਦਾਂ ਹੀ ਥੱਲੇ ਨੂੰ ਸ਼ੁਰੂ ਹੋਈ, ਠੀਕ ਹੈ, ਤੇ ਮੈਗਨੇਟ ਨੂੰ ਰਿਪਲਸ਼ਨ ਫੀਲ ਹੋਣ ਲੱਗ ਗਈ, ਮੈਗਨੇਟ ਦੇ ਇਸ ਨਾਰਥ ਪੋਲ ਨੂੰ ਰਿਪਲਸ਼ਨ ਫੀਲ ਹੋਣ ਲੱਗ ਗਈ। ਉਹ ਕਹਿੰਦਾ ਰਿਪਲਸ਼ਨ ਕਿੱਥੋਂ ਆ ਗਈ, ਰਿਪਲਸ਼ਨ ਤੇ ਦੋ ਸਿਮਿਲਰ ਪੋਲਸ ਹੁੰਦੀ ਆ, ਉਹ ਕਹਿੰਦਾ ਇੱਕ ਪੋਲ ਇਸ ਮੈਗਨੇਟ ਦਾ, ਦੂਜਾ ਪੋਲ ਕਿਹਦਾ, ਉਹਦੇ ਲਈ ਫਿਰ ਅਸੀਂ ਫੈਰਾਡੇ ਦਾ ਐਸਐਚ ਲਾਅ ਅਪਲਾਈ ਕੀਤਾ ਕਿ when you start moving the magnet towards the coil then inside the coil magnetic field strength will going on increasing। ਇਸ coil ਦੇ ਅੰਦਰ ਅਸੀਂ ਕਹਿੰਦੇ ਜੀ magnetic field ਦੀ strength continuously increase ਹੋਏਗੀ ਔਰ magnetic flux ਦੇ increase ਹੋਣ ਕਰਕੇ ਆ ਫਾਰਮੂਲਾ rate of change of flux with respect to time ਜਿਹੜੀ ਇਹ EMF induced ਤੇ ਡਿਪੈਂਡੈਂਟ। ਇਹਦਾ ਮਤਲਬ ਜਿੰਨੀ ਜ਼ਿਆਦਾ ਮੈਗਨੈਟਿਕ ਫਲਕਸ ਥੋੜੇ ਟਾਈਮ 'ਚ ਚੇਂਜ ਹੋਏਗੀ ਉਹਦੇ ਕਰਕੇ ਕੋਇਲ 'ਚ EMF ਇੰਡਿਊਸ ਹੋਣੀ ਆ ਉਨੀ ਜ਼ਿਆਦਾ, ਤੇ ਉਸ ਇੰਡਿਊਸਡ EMF ਨੇ ਕੀ ਕਰਨਾ, ਉਸ ਇੰਡਿਊਸਡ EMF ਨੇ ਕੀ ਕਰਨਾ, ਮਤਲਬ ਇਹ ਹੋ ਗਿਆ ਕਿ ਵੀ ਆ ਤੁਹਾਡੀ ਕੋਇਲ ਦੇ ਦੋ ਟਰਮੀਨਲ ਦੇ ਅਕ੍ਰੋਸ, ਕੋਇਲ ਦੇ ਦੋ ਟਰਮੀਨਲ ਦੇ ਅਕ੍ਰੋਸ ਵੋਲਟੇਜ ਡਿਵੈਲਪ ਹੋ ਗਈ ਬੇਟਾ। ਤੇ ਪੁੱਤ ਜਦੋਂ ਵੋਲਟੇਜ ਡਿਵੈਲਪ ਹੁੰਦੀ ਆ ਯਾਨੀ ਇੱਕ ਤਰ੍ਹਾਂ ਬੈਟਰੀ ਬਣ ਗਈ ਹੈ ਨਾ, ਔਰ ਇਹ ਸਰਕਟ ਇੱਕ ਕਲੋਜ਼ ਸਰਕਟ ਹੋ ਗਈ ਤੇ ਇਸ ਕਲੋਜ਼ ਕੋਇਲ ਦੇ ਅਕ੍ਰੋਸ ਅਸੀਂ ਅਬਜ਼ਰਵ ਕਰਦੇ ਹਾਂ ਕਰੰਟ ਫਲੋ ਕਰਨਾ ਸ਼ੁਰੂ ਹੋ ਜਾਂਦਾ ਔਰ ਉਸ ਕਰੰਟ ਦੀ ਡਿਟੈਕਸ਼ਨ ਜਿਹੜੀ ਗੈਲਵੇਨੋਮੀਟਰ ਨਾਲ ਆਉਂਦੀ ਪਈ ਆ, ਮਤਲਬ ਗੈਲਵੇਨੋਮੀਟਰ ਦੀ ਨੀਡਲ ਡਿਫਲੈਕਟ ਹੋਈ ਆ ਤੇ ਇਹਦਾ ਮਤਲਬ ਇਸ ਕੋਇਲ 'ਚ ਕਰੰਟ ਆ। ਤੇ ਦੂਜੇ ਪਾਸੇ ਚਲੋ ਔਰਸਟੈਡ ਦਾ ਐਕਸਪੈਰੀਮੈਂਟ, ਠੀਕ ਹੈ, ਜਾਂ ਜਿੰਨਾ ਵੀ ਆਪਾਂ 3rd A ਪੜਿਆ ਉਹ 'ਚ ਅਸੀਂ ਇਹ ਚੀਜ਼ ਪੜ੍ਹੀ ਆ ਕਿ ਜਦੋਂ ਵੀ ਕਿਸੇ ਕਰੰਟ ਕੈਰਿੰਗ ਕੋਇਲ 'ਚ ਕਰੰਟ ਪਾਸ ਹੋਏਗਾ ਤੇ ਉਹ ਮੈਗਨੈਟਿਕ ਫੀਲਡ ਬਣਾਉਂਦਾ ਤੇ ਮੈਗਨੈਟਿਕ ਫੀਲਡ ਹਮੇਸ਼ਾ ਅਸੀਂ ਕਿਹਾ ਮੈਗਨੇਟ ਦਾ ਹੁੰਦਾ। ਇਹਦਾ ਮਤਲਬ ਇਸ ਸਾਰੀ ਚੀਜ਼ ਦਾ ਕਨਕਲੂਜਨ ਇਹ ਨਿਕਲਿਆ ਕਿ ਮੈਗਨੇਟ ਦੇ ਮੂਵ ਕਰਨ ਕਰਕੇ, ਮੈਗਨੇਟ ਦੇ ਮੂਵ ਕਰਨ ਕਰਕੇ ਆ ਕੋਇਲ ਵੀ ਤੁਹਾਡੀ ਮੈਗਨੇਟ ਬਣ ਗਈ ਤੇ ਜੇ ਕੋਇਲ ਮੈਗਨੇਟ ਬਣ ਗਈ ਹਨਾ ਉਹਦੇ ਪੋਲ ਕਿੱਧਰ ਕਿਹੜਾ ਆਇਆ, ਉਹਦੇ ਲਈ ਉਹਨੇ ਇਹ ਕਿਹਾ ਕਿ ਜਦੋਂ ਇਸ ਕੋਇਲ ਦੇ ਅੰਦਰ ਫਲਕਸ ਇਨਕਰੀਜ਼ ਹੁੰਦੀ ਜਾ ਰਹੀ ਹੈ ਹਨਾ ਤੇ ਇਸ ਪੋਲ ਦੇ, ਇਸ ਕੋਇਲ ਦੇ ਅਪਰ ਫੇਸ ਦੇ ਉੱਤੇ ਮੈਗਨੇਟ ਆਪਣਾ ਨਾਰਥ ਪੋਲ ਖੜਾ ਕਰਦੀ ਹੈ, मैग्नेट अपना नॉर्थ पोल खड़ा कर दिया टू अपोज द इनक्रीज इन फ्लक्स है ना, कॉइल दे अंदर फ्लक्स दे इनक्रीज नु रोकन वास्ते, ठीक है जी, इन्हें एसएच की करना मैग्नेट ने, ठीक है, जदों इहदे अंदर मैग्नेटिक फील्ड इंट्रोड्यूस कीता ओदे करके जेडी इहदे अंदर करंट दी डायरेक्शन होएगी वो इस वे ना आएगी कि इट विल अपोज द कहंदा जी नॉर्थ पोल, ते नॉर्थ पोल नु अपोज करन वास्ते ਇਹਦੇ ਅੰਦਰ ਕਰੰਟ ਦੀ ਡਾਇਰੈਕਸ਼ਨ ਜਿਹੜੀ ਆ ਜਦੋਂ ਮੈਂ ਅਪਰ ਫੇਸ ਤੋਂ ਦੇਖਾਂਗਾ ਤੇ ਅਪਰ ਫੇਸ ਤੋਂ ਕਰੰਟ ਮੈਨੂੰ ਐਂਟੀ ਕਲੌਕਵਾਈਜ਼ ਘੁੰਮਦਾ ਦਿਖੇਗਾ, ਕਰੰਟ ਦੇਖਣਾ ਨਹੀਂ ਸਾਨੂੰ, ਠੀਕ ਹੈ, ਪਰ ਅਸੀਂ ਉਦੋਂ ਇੱਥੇ ਗੱਲ ਕੀਤੀ ਹੋਈ ਆਲਰੇਡੀ ਕਿ ਵੀ ਅਸੀਂ ਬੈਟਰੀ ਲਾ ਕੇ ਇਹਦੀ ਡਿਫਲੈਕਸ਼ਨਾਂ ਦੇਖੀਆਂ ਹੋਈਆਂ ਕਿ ਜਦੋਂ ਰਾਈਟ ਸਾਈਡ ਨੂੰ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਕਰੰਟ ਅਸਿਊਮ ਕੀਤਾ ਸੀ ਐਂਟੀ ਕਲੌਕਵਾਈਜ਼ ਆ, ਜਦੋਂ ਲੈਫਟ ਸਾਈਡ ਨੂੰ ਜਾਏਗਾ ਤੇ ਇਹ ਚ ਕਰੰਟ ਕਲੌਕਵਾਈਜ਼ ਆ। ਕਿਆ ਪਹਿਲਾਂ ਇੰਨੀ ਗੱਲ ਸਮਝ ਲੱਗੀ ਬੱਚੇ? ਹਾਂਜੀ यस सर। ਚਲ तो ਇਹਦੇ ਅਕ੍ਰੋਸ ਫਿਰ ਇਹ ਆ ਗਿਆ ਕਿ ਵੀ ਇੱਥੇ ਮੈਗਨੇਟ ਨੇ ਉਸ ਮੈਗਨੈਟਿਕ ਫੀਲਡ ਦੇ ਇਨਕਰੀਜ਼ ਨੂੰ ਅਪੋਜ਼ ਕਰਨ ਵਾਸਤੇ ਇੱਥੇ ਕਰੰਟ ਦੇ ਕਰਕੇ ਨਾਰਥ ਪੋਲ ਬਣ ਗਿਆ। ਹੁਣ ਜਦੋਂ ਨਾਰਥ ਪੋਲ ਬਣ ਗਿਆ ਤੇ ਨਾਰਥ ਬੇਟਾ ਨਾਰਥ ਨੂੰ ਰਿਪੈਲ ਕਰੇਗਾ, ਠੀਕ ਆ। ਹੁਣ ਅੱਗੇ ਇੱਕ ਕੁਐਸਚਨ ਨਾਲ ਜੋੜਨ ਲੱਗਿਆ, ਟੌਪਿਕ ਹੈਗਾ ਲੈਂਜ਼ ਲਾਅ ਐਂਡ એનર્ਜੀ ਕਨਜ਼ਰਵੇਸ਼ਨ। ਲੈਂਜ਼ ਲਾਅ ਐਂਡ એનર્ਜੀ ਕਨਜ਼ਰਵੇਸ਼ਨ ਇਹ ਦੱਸਦਾ कहना जी whether the Lenz law will violate the law of conservation of energy, कि जेड़ा Lenz law आ कि ये conservation of energy ਨੂੰ disobey ਕਰਦਾ, ਤਾਂ ਅਸੀਂ ਕਹਿੰਦੇ ਜੀ ਨਹੀਂ ਕਰਦਾ। ਉਹਨੇ ਕੁਐਸਚਨ ਕਿਉਂ ਬਣਾਇਆ? ਉਹ ਕਹਿੰਦਾ ਜੇ ਮੰਨ ਲਓ ਇੱਥੇ ਮੇਰੇ ਕੋਲ ਗੈਲਵੇਨੋਮੀਟਰ ਆ ਜਾਂ ਬਲਬ ਆ ਕੁਝ ਵੀ ਲੱਗਾ ਹੋਇਆ ਹੈ ਨਾ ਔਰ ਇਸ ਮੈਗਨੇਟ ਦੀ ਮੂਵਮੈਂਟ ਕਰਕੇ ਉਹ ਬਲਬ ਮੇਰਾ ਗਲੋ ਕਰਦਾ, ਉਹ ਕਹਿੰਦਾ ਇਹਦਾ ਮਤਲਬ ਆ ਬਲਬ ਦੇ ਅਕ੍ਰੋਸ ਆ ਗਈ ਲਾਈਟ એનર્ਜੀ और वो लाइट एनर्जी बनी इलैक्ट्रिकल एनर्जी तो वो कहता इस कॉइल दे क्रॉस बिना बैटरी लाए, इस कॉइल दे क्रॉस बिना बैटरी लाए है ना तुहाडे कोल इलैक्ट्रिकल एनर्जी कित्थों आ गई? ਅਸੀਂ ਕਹਿੰਦੇ ਕਿ ਜੇ ਮੈਂ ਬੈਟਰੀ ਲਾ ਲਾ ਤੇ ਬੈਟਰੀ ਦੀ ਕੈਮੀਕਲ એનર્ਜੀ ਇੱਥੇ ਇਲੈਕਟ੍ਰੀਕਲ ਬਣੀ ਹੋਊ ਔਰ ਉਹ ਇਲੈਕਟ੍ਰੀਕਲ એનર્ਜੀ ਗੈਲਵੇਨੋਮੀਟਰ ਨਾਲ ਜਾਂ ਬਲਬ ਨਾਲ ਮੈਨੂੰ ਦਿਖਦੀ ਪਈ ਹੈ, ਠੀਕ ਹੈ, ਪਰ ਅਸੀਂ ਕੋਈ ਬੈਟਰੀ ਲਾਈ ਨਹੀਂ। ਬਿਨਾ ਬੈਟਰੀ ਲਾਏ ਵੀ
ਜੇ ਇੱਥੇ ਮੇਰੇ ਕੋਲ ਇਲੈਕਟ੍ਰੀਕਲ એનર્ਜੀ ਕ੍ਰੀਏਟ ਹੋਈ ਆ, ਜੇ ਇਲੈਕਟ੍ਰੀਕਲ એનર્ਜੀ ਜਨਰੇਟ ਹੋਈ ਆ, ਤੇ ਕਹਿੰਦਾ ਜੀ ਕਿਆ ਫਿਰ ਇਹ ਲਾਅ ਆਫ ਕਨਜ਼ਰਵੇਸ਼ਨ ਆਫ એનર્ਜੀ ਦੇ ਅਗੇਂਸਟ ਨਹੀਂ ਹੈਗਾ? ਤੇ ਉਹਨੂੰ ਲੈਂਜ਼ ਲਾਅ ਨੇ ਫਿਰ ਨਾਲ ਜਸਟੀਫਾਈ ਕੀ ਕੀਤਾ, ਕਹਿੰਦਾ when you start moving the magnet towards the coil, when you start moving the magnet towards the coil, ठीक है, then the north pole which is built up there, ठीक है, मैग्नेट ਨੂੰ ਡਾਊਨਵਰਡ ਫਿਰ ਮੂਵ ਕਰਾਉਣ ਲਈ some mechanical work has to be done। ਇਹਦਾ ਮਤਲਬ ਇਹ ਹੋਇਆ ਜਦੋਂ ਐਸਾ ਚ ਮੇਰੇ ਕੋਲ ਆ ਕੋਇਲ ਦੇ ਅਕ੍ਰੋਸ ਮੈਂ ਮੈਗਨੇਟ ਲੈ ਕੇ ਚੱਲਿਆ, ਮੈਗਨੇਟ ਆ ਥੱਲੇ ਵਾਲੀ ਕੋਇਲ ਜਿਹੜੀ ਆ ਮੈਗਨੇਟ ਬਣੀ ਹੋਈ, ਇਹ ਰਿਪੈਲ ਕਰਦੀ ਆ, ਇਹ ਇਸ ਮੈਗਨੇਟ ਦੇ ਨਾਰਥ ਪੋਲ ਨੂੰ ਰਿਪੈਲ ਕਰਦੀ ਆ, ਤੇ ਜਦੋਂ ਰਿਪੈਲ ਕਰਦੀ ਤੇ ਮੈਨੂੰ ਇਹਨੂੰ ਥੱਲੇ ਲੈ ਕੇ ਜਾਣ ਲਈ ਕੁਝ ਵਰਕ ਕਰਨਾ ਪਏਗਾ। Yes, sir. Yes, sir. ਤੇ ਜੇ ਅਸੀਂ ਵਰਕ ਕਰਦੇ ਆ ਤੇ ਅਸੀਂ ਕਹਿੰਦੇ ਬੇਟਾ ਇਹਦਾ ਮਤਲਬ ਮੇਰੀ ਮਕੈਨੀਕਲ એનર્ਜੀ ਜਿਹੜੀ ਇਹਨੂੰ ਥੱਲੇ ਲੈ ਕੇ ਜਾਣ ਚ ਕੰਜ਼ਿਊਮ ਹੋ ਰਹੀ ਆ। ਉਹ ਕਹਿੰਦਾ whatever be the amount of mechanical energy used to move the magnet against the magnetic pole built up by the coil, ਇਸ ਮੈਗਨੇਟ ਨੇ, ਇਸ ਕੋਇਲ ਨੇ ਜਿਹੜਾ ਆਪਣਾ ਪੋਲ ਬਿਲਟ ਅਪ ਕੀਤਾ, ਉਹਦੀ ਰਿਪਲਸ਼ਨ ਦੇ ਅਗੇਂਸਟ ਇਹਨੂੰ ਥੱਲੇ ਲੈ ਕੇ ਜਾਣ ਲਈ ਮੈਨੂੰ ਵਰਕ ਕਰਨਾ ਪੈ ਰਿਹਾ, ਤੇ ਜਿੰਨਾ ਮੈਂ ਉਹ ਵਰਕ ਕਰਾਂਗਾ, ਠੀਕ ਹੈ, ਮਕੈਨੀਕਲ એનર્ਜੀ ਦੀ ਫਾਰਮ, that work or mechanical energy is converted into electrical energy। ਯਾਨੀ ਜੇ ਇਸ ਕੋਇਲ ਦੇ ਅੰਦਰ ਗਲਵੈਨੋਮੀਟਰ ਦੀ ਨੀਡਲ ਰਿਫਲੈਕਟ ਹੋਈ ਆ, ਹਨਾ, ਤੇ ਉਹ ਕਹਿੰਦਾ ਇਹਦਾ ਮਤਲਬ ਆ ਕਿ ਜਿੰਨਾ ਇਹਨੂੰ ਮੈਗਨੇਟ ਨੂੰ ਥੱਲੇ ਲੈ ਕੇ ਜਾਣ ਲਈ ਮਕੈਨੀਕਲ ਵਰਕ ਕਰਨਾ ਪਿਆ, ਉਹ ਮਕੈਨੀਕਲ એનર્ਜੀ ਇਲੈਕਟ੍ਰੀਕਲ એનર્ਜੀ ਚ ਕਨਵਰਟ ਹੋਈ ਹੈ। ਸਿਮਿਲਰਲੀ ਕਹਿੰਦਾ ਜੀ when you move the magnet in upward direction, ਤੁਸੀਂ ਸੋਚਿਆ ਕਿ ਵੀ ਜਦੋਂ ਥੱਲੇ ਲੈ ਕੇ ਚੱਲੇ, ਹਨਾ, ਤੇ ਇਹ ਮੈਗਨੇਟ ਨੂੰ ਪਸੰਦ, ਇਸ ਕੋਇਲ ਨੂੰ ਪਸੰਦ ਨਹੀਂ ਆਇਆ ਥੱਲੇ ਆਣਾ, ਠੀਕ ਹੈ ਜੀ, ਇਹ ਕੋਇਲ ਨੇ ਪਸੰਦ ਨਹੀਂ ਕੀਤਾ ਕਿ ਵੀ ਮੈਗਨੇਟ ਥੱਲੇ ਆ, ਇਸ ਲਈ ਆਪਾਂ ਇਹ ਮੰਨ ਲਿਆ ਕਿ ਵੀ ਇਹਨੇ ਕੀ ਕੀਤਾ, ਕੋਇਲ ਦੇ ਅੰਦਰ ਕਰੰਟ ਦੀ ਡਾਇਰੈਕਸ਼ਨ ਉਹ ਬਣਾਈ ਜਿੰਨਾ ਅੱਪਰ ਜਿਹੜਾ ਵਾ ਨਾਰਥ ਪੋਲ ਆ ਕੇ ਇਹਨੂੰ ਰਿਪੈਲ ਕਰੇ, ਠੀਕ ਹੈ। ਆਪਾਂ ਕਿ ਚਲੋ ਠੀਕ ਆ, ਤੁਸੀਂ ਮੈਗਨੇਟ ਨੂੰ ਉੱਪਰ ਲੈ ਚਲੋ, ਬਟ ਐਸ ਸੂਨ ਐਸ ਯੂ ਸਟਾਰਟ ਮੂਵਿੰਗ ਦਾ ਮੈਗਨੇਟ ਅਪਵਰਡ, ਤੇ ਮੈਂ ਨੋਟ ਕੀ ਕੀਤਾ, ਜਦੋਂ ਇਹਨੂੰ ਮੈਂ ਉੱਪਰ ਨੂੰ ਚੁੱਕਣ ਲੱਗਿਆ, ਹਨਾ, ਤੇ ਐਸ ਸੱਚ ਫਿਰ ਇਹਨੂੰ ਇਹ ਅਟਰੈਕਟ ਕਰਨ ਲੱਗ ਗਏ, ਹਨਾ, ਔਰ ਇਮੀਡੀਏਟਲੀ ਅਸੀਂ ਅਬਜ਼ਰਵ ਕੀਤਾ ਕਿ ਜਿਹੜੀ ਨੀਡਲ ਦੀ ਡਿਫਲੈਕਸ਼ਨ ਰਾਈਟ ਸਾਈਡ ਸੀ ਨਾ, ਨਾਓ ਇਟ ਸ਼ੁੱਡ ਬੀ ਟੁਵਰਡਸ ਦਾ ਲੈਫਟ ਸਾਈਡ। ਇਹਦਾ ਮਤਲਬ ਆ ਕਿ ਕਰੰਟ ਦੀ ਪੋਲੈਰਿਟੀ ਇਸ ਕੋਇਲ ਦੇ ਅਕ੍ਰੋਸ ਰਿਵਰਸ ਹੋ ਚੁੱਕੀ ਹੈ। ਜਿਹੜਾ ਕਰੰਟ ਪਹਿਲਾਂ ਅਪਰ ਫੇਸ ਤੋਂ ਦੇਖਣ ਤੇ ਐਂਟੀ ਕਲੌਕਵਾਈਜ਼ ਫਲੋ ਕਰਦਾ ਸੀ, ਹੁਣ ਇਹਦੇ ਅੰਦਰ ਜੇ ਕੋਇਲ ਦੀ ਇੱਥੇ ਨੀਡਲ ਦੀ ਡਿਫਲੈਕਸ਼ਨ ਰਿਵਰਸ ਹੋਈ ਆ, ਤਾਂ ਇਟ ਮੀਨਸ ਇਹਨੂੰ ਉੱਪਰ ਜਾਣ ਤੋਂ ਵਾਪਸ ਇਹਦੇ ਅੰਦਰ ਫਲਕਸ ਦੇ ਡਿਕਰੀਜ਼ ਨੂੰ ਰੋਕਣ ਵਾਸਤੇ ਇਹਨੇ ਇੱਥੇ ਮੈਗਨੇਟ ਦਾ ਸਾਊਥ ਪੋਲ ਬਣਾ ਦੇਣਾ, ਯਾਨੀ ਤੁਹਾਡੀ ਕੋਇਲ ਦਾ ਇੱਥੇ ਸਾਊਥ ਪੋਲ ਆ ਗਿਆ, ਤੇ ਜੇ ਸਾਊਥ ਪੋਲ ਆ ਗਿਆ ਤਾਂ ਸਾਊਥ ਪੋਲ ਨੂੰ ਇਹ ਨਾਰਥ ਪੋਲ ਅਟਰੈਕਟ ਕਰਨ ਲੱਗ ਜੂ ਬੇਟਾ। Yes, sir. Yes, sir. ਔਰ ਫਿਰ ਉਹੀ ਸੇਮ ਚੀਜ਼, ਹੁਣ ਫਲਕਸ ਡਿਕਰੀਜ਼ ਕਰਨਾ ਚਾਹ ਰਹੇ ਅਸੀਂ, ਤੇ ਜੇ ਫਲਕਸ ਡਿਕਰੀਜ਼ ਕਰਨਾ ਚਾਹ ਰਹੇ ਤੇ ਉਹਦੇ ਲਈ ਜਦੋਂ ਮੈਂ ਮੈਗਨੇਟ ਉੱਪਰ ਨੂੰ ਮੂਵ ਕਰਾਉਣਾ ਪਿਆ, ਉੱਪਰ ਨੂੰ ਸ਼ਿਫਟ ਕਰਦਾ ਪਿਆ, ਤੇ ਇਹਦੀ ਅਟਰੈਕਟਿਵ ਫੋਰਸਿਸ ਦੇ ਅਗੇਂਸਟ ਮੈਨੂੰ ਫਿਰ ਮਕੈਨੀਕਲ એનર્ਜੀ ਕੰਜ਼ਿਊਮ ਕਰਨੀ ਪੈਣੀ, ਔਰ ਜਿੰਨੀ ਮੈਂ ਉਹ ਮਕੈਨੀਕਲ એનર્ਜੀ ਕੰਜ਼ਿਊਮ ਕਰਾਂਗਾ, that mechanical energy will appear across the ਕਹਿੰਦਾ ਜੀ circuit in form of electrical energy। क्या ਇੰਨੀ ਗੱਲ ਸਮਝ ਲੱਗੀ? Yes, sir. ਚਲੋ ਇਹਦੀ ਇੱਕ ਐਗਜ਼ਾਮਪਲ ਹੋਰ ਦੇਣਾ, ਤੁਸੀਂ ਸ਼ਾਇਦ ਕਦੀ ਨੋਟਿਸ ਕੀਤਾ ਹੋਵੇ, ਪੁਰਾਣੇ ਟਾਈਮ 'ਚ ਖਾਸ ਕਰਕੇ ਸੀ, ਹੁਣ ਉਹ ਚੀਜ਼ ਘੱਟ ਆ। ਸਾਈਕਲ ਚਲਾਉਂਦੇ ਸੀ ਨਾ ਜਦੋਂ ਅੱਗੇ, ਠੀਕ ਹੈ ਜੀ, ਪਿੰਡਾਂ 'ਚ ਜਾਂਦੇ ਸੀ, ਕੋਈ ਬੰਦਾ ਜਾਂ ਕਿਤੇ ਹਨੇਰੇ 'ਚ ਜਾਂਦਾ ਸੀ, ਇੱਕ ਬਲਬ ਲਾ ਲੈਂਦੇ ਸੀਗੇ, ਠੀਕ ਹੈ, ਜਿਹਦੀ ਐਸਾ ਚ ਵਾਇਰਿੰਗ ਜਿਹੜੀ ਆ ਉਹ ਤੁਹਾਡੇ ਟਾਇਰ ਦੇ ਨਾਲ ਕੀਤੀ ਹੁੰਦੀ ਸੀ। ਅਸੀਂ ਪਤਾ ਜੋ ਐਗਜ਼ਾਮਪਲ ਬਣਾ ਰਹੇ ਹਾਂ, Dynamo. ਬਿਲਕੁਲ ਠੀਕ ਆ, ਉਹਦੇ ਵਿੱਚ ਅਸੀਂ ਉਹ ਜਿਹੜਾ ਨਿੱਕਾ ਜਿਹਾ ਡਾਇਨਮੋ ਬਣਾਉਂਦੇ ਪਏ ਆ, ਉਹ ਡਾਇਨਮੋ ਦਾ ਬੇਸਿਕ ਪ੍ਰਿੰਸੀਪਲ ਜਿਹੜਾ ਉਹ ਇਹੀ ਸੇਮ ਜਿਹੜਾ ਆਪਣਾ ਫੈਰਾਡੇ ਲਾਅ ਤੇ ਲੈਂਜ਼ ਲਾਅ, ਉਹਦੇ ਵਿੱਚ ਕੀ ਹੈ ਕਿ ਜਿੰਨੀ ਸਪੀਡ ਨਾਲ ਤੁਸੀਂ ਪੈਡਲਿੰਗ ਕਰਦੇ ਹੋ, ਠੀਕ ਹੈ ਜੀ, ਉਸੇ ਸਪੀਡ ਦੇ ਹਿਸਾਬ ਨਾਲ ਤੁਹਾਡੇ ਬਲਬ ਦੀ ਬ੍ਰਾਈਟਨੈਸ ਜਿਹੜੀ ਉਹ ਵੱਧਦੀ ਹੈ, ਠੀਕ ਆ। ਇਹਦਾ ਮਤਲਬ ਆ ਬਲਬ ਦੇ ਅਕ੍ਰੋਸ ਉਦੋਂ ਜਿਹੜੀ ਇਲੈਕਟ੍ਰੀਕਲ એનર્ਜੀ ਬਣਦੀ ਪਈ ਆ, ਹਨਾ, ਉਹ ਤੁਹਾਡੇ ਪੈਡਲਿੰਗ ਦੇ ਨਾਲ ਜਿਹੜੀ ਮਕੈਨੀਕਲ એનર્ਜੀ ਆਉਂਦੀ ਪਈ ਆ, ਉਹ ਮਕੈਨੀਕਲ એનર્ਜੀ ਬਲਬ ਦੇ ਅਕ੍ਰੋਸ ਮੇਰੀ ਇਲੈਕਟ੍ਰੀਕਲ એનર્ਜੀ ਬਣਦੀ ਬੇਟਾ। Yes, sir. Yes, yes, sir. sir. Yes, ਇਹਦਾ ਮਤਲਬ ਫਿਰ ਇਹ ਹੋਇਆ ਕਿ ਵੀ ਕਿਸੇ ਵੀ ਤਰ੍ਹਾਂ ਲੈਂਜ਼ ਲਾਅ ਜਿਹੜਾ ਵਾ ਉਹ ਕਨਜ਼ਰਵੇਸ਼ਨ ਆਫ એનર્ਜੀ ਨੂੰ ਡਿਸਓਬੇ ਵਾਇਲੇਟ ਨਹੀਂ ਕਰਦਾ, ਹਨਾ। ਇਟ ਓਬੇ ਦਾ ਕਹਿੰਦਾ ਜੀ ਲਾਅ ਆਫ ਕਨਜ਼ਰਵੇਸ਼ਨ ਸਿਰਫ ਇਹ ਹੋਏਗਾ ਕਿ ਜਿੰਨੀ ਵੀ ਮਕੈਨੀਕਲ એનર્ਜੀ ਆ ਮੈਗਨੇਟ ਦੀ ਮੂਵਮੈਂਟ ਵਾਸਤੇ,
ਇਨਕਰੀਜ਼ਿੰਗ ਫਲਕਸ ਨੂੰ ਅਪੋਜ਼ ਕਰਨ ਲਈ ਜਾਂ ਡਿਕਰੀਜ਼ਿੰਗ ਫਲਕਸ ਨੂੰ ਅਪੋਜ਼ ਕਰਨ ਲਈ। ਠੀਕ ਹੈ, ਜਿਹੜੇ ਮੈਗਨੈਟਿਕ ਪੋਲ ਇੱਥੇ ਖੜੇ ਹੁੰਦੇ ਪਏ ਉਹਦੇ ਅਗੇਂਸਟ ਸਾਨੂੰ ਜਦੋਂ ਵਰਕ ਕਰਨਾ ਪੈਂਦਾ ਪਿਆ ਤੇ ਉਹ ਵਰਕ ਡਨ ਮਕੈਨੀਕਲ એનર્ਜੀ ਜਿਹੜੀ ਹੈਗੀ ਉਹ ਇਲੈਕਟ੍ਰੀਕਲ એનર્ਜੀ ਚ ਕਨਵਰਟ ਹੋਈ ਹੈ। ਕਿਆ ਇੰਨਾ ਸਮੇਂ ਲੱਗਿਆ ਜੀ? Yes, sir. Yes, sir. Yes, sir. ਸੋ ਪੁੱਤ ਆਪਾਂ ਜੇ ਸਰਕਟ ਦੇ ਅੰਦਰ ਇੰਡਿਊਸ ਕਰੰਟ ਦੀ ਡਾਇਰੈਕਸ਼ਨ ਕੱਢਣੀ ਹੈ ਨਾ ਤਾਂ ਕਹਿੰਦਾ ਜੀ ਉਹ ਡਾਇਰੈਕਸ਼ਨ ਸਾਡੇ ਕੋਲ ਐਸ ਸੱਚ ਜਿਹੜੀ ਆ ਲੈਂਸ ਲਾਅ ਨਾਲ ਨਿਕਲ ਆਉਂਦੀ। ਠੀਕ ਹੈ, ਤੇ ਇਹਦਾ ਹੀ ਇੱਕ ਲਾਅ ਹੋਰ ਆ ਜਾਂਦਾ ਡਾਇਰੈਕਸ਼ਨ ਆਫ ਇੰਡਿਊਸ ਕਰੰਟ ਕੱਢਣ ਲਈ, ਉਹਨੂੰ ਅਸੀਂ ਨਾਮ ਦਿੰਦੇ ਫਲੇਮਿੰਗ ਰਾਈਟ ਹੈਂਡ ਰੂਲ। ਫਲੇਮਿੰਗ ਰਾਈਟ ਹੈਂਡ ਰੂਲ, ਇਸ ਰੂਲ ਦੇ ਅਕੋਰਡਿੰਗਲੀ ਅਸੀਂ ਲੈਣੇ ਜਿਹੜੀ ਫਸਟ ਫਿੰਗਰ ਹੋਏਗੀ ਇਟ ਗਿਵ ਦਾ ਡਾਇਰੈਕਸ਼ਨ ਫॉर ਮੈਗਨੈਟਿਕ ਫੀਲਡ, ਜਿਹੜੀ ਸੈਕੰਡ ਫਿੰਗਰ ਹੋਏਗੀ ਇਟ ਇਜ਼ ਦਾ ਡਾਇਰੈਕਸ਼ਨ ਫॉर ਇੰਡਿਊਸਡ ਕਰੰਟ। ਠੀਕ ਹੈ, ਮੈਂ ਬਾਅਦ ਚੋਂ ਵਰਡ ਦੁਬਾਰਾ ਲੈ ਕੇ ਆਵਾਂਗਾ। ਇਹਨੂੰ ਅਸੀਂ ਕਹਿੰਦੇ ਇਹ ਇੰਡਿਊਸ ਕਰਨ ਦੀ ਡਾਇਰੈਕਸ਼ਨ ਆ, ਤੇ ਥੰਬ ਤੁਹਾਡਾ ਜਿਹੜਾ ਹੋਏਗਾ ਉਹ ਮੇਰੇ ਕੋਲ ਐਸ ਸੱਚ ਮੋਸ਼ਨ ਆਫ ਦਾ ਕੰਡਕਟਰ ਹੋਏਗਾ, ਯਾਨੀ ਮੋਸ਼ਨ ਆਫ ਦਾ ਸਰਕਟ ਜਾਂ ਮੋਸ਼ਨ ਆਫ ਦਾ ਕੋਇਲ ਜਿਹੜੀ ਹੋਏਗੀ ਉਹ ਮੇਰੇ ਕੋਲ ਐਸ ਸੱਚ ਕਹਿੰਦਾ ਜੀ ਇਸ ਥੰਬ ਤੇ ਆ ਜਾਏ। ਆਪਾਂ ਰੂਲ ਕੀਤਾ ਸੀ ਫਲੇਮਿੰਗ ਲੈਫਟ ਹੈਂਡ ਰੂਲ। ਠੀਕ ਹੈ, ਦੋਨੋਂ ਰੂਲ ਦੀ ਗੱਲ ਇਕੱਠੀ ਕਰ ਰਹੇ ਹਾਂ। ਫਲੇਮਿੰਗ ਲੈਫਟ ਹੈਂਡ ਰੂਲ ਚ ਫਸਟ ਫਿੰਗਰ, ਠੀਕ ਹੈ, ਜਿਹੜੀ ਮੇਰੇ ਕੋਲ ਆ ਵਾਲੀ ਆ ਜਾਏਗੀ, ਇਹ ਦੋਨਾਂ ਦੇ ਅੰਦਰ ਐਸ ਸੱਚ ਫਿੰਗਰ ਮੇਰੇ ਕੋਲ ਮੈਗਨੈਟਿਕ ਫੀਲਡ ਆ। ਠੀਕ ਆ, ਯਾਨੀ ਆ ਦੋਨਾਂ ਦੀ ਜਿਹੜੀ ਫਸਟ ਫਿੰਗਰ ਆ ਇਹ ਮੈਗਨੈਟਿਕ ਫੀਲਡ ਆ, ਸੈਕੰਡ ਫਿੰਗਰ ਜਿਹੜੀ ਦੋਨਾਂ ਕੇਸਿਸ ਦੇ ਅੰਦਰ ਆ। ਠੀਕ ਹੈ, ਫਲੇਮਿੰਗ ਲੈਫਟ ਹੈਂਡ ਰੂਲ ਦੇ ਅੰਦਰ ਇਹ ਸੈਕੰਡ ਫਿੰਗਰ ਜਿਹੜੀ ਆ ਇਹ ਮੋਸ਼ਨ ਆਫ ਪੋਜ਼ਿਟਿਵ ਚਾਰਜ ਜਾਂ ਅਪਲਾਈਡ ਕਰਨ ਦੀ ਡਾਇਰੈਕਸ਼ਨ, ਤੇ ਫਲੇਮਿੰਗ ਰਾਈਟ ਹੈਂਡ ਰੂਲ ਦੇ ਅੰਦਰ ਇਹ ਜਿਹੜੀ ਸੈਕੰਡ ਫਿੰਗਰ ਆ ਇਹ ਇੰਡਿਊਸ ਕਰਨ ਦੀ ਡਾਇਰੈਕਸ਼ਨ। ਕਿਆ ਇੰਨੀ ਗੱਲ ਸਮਝ ਲੱਗਦੀ ਵੀ? Yes. Yes, sir. Yes, sir. ਜਿਹੜਾ ਥੰਬ ਸੀਗਾ ਫਲੇਮਿੰਗ ਲੈਫਟ ਹੈਂਡ ਰੂਲ ਚ ਉਹ ਫੋਰਸ ਦੱਸਦਾ ਸੀ F = BQV sin θ ਵਾਲਾ ਫਾਰਮੂਲਾ, ਕਿ ਵੀ ਆ ਜੇਕਰ ਮੇਰੇ ਕੋਲ ਕੋਈ ਪੋਜ਼ਿਟਿਵ ਚਾਰਜ ਪਾਰਟੀਕਲ ਆ ਮੈਗਨੈਟਿਕ ਫੀਲਡ ਦੇ ਅੰਡਰ ਮੂਵ ਕਰੇਗਾ ਤੇ ਇਸ ਚਾਰਜ ਪਾਰਟੀਕਲ ਦੇ ਉੱਤੇ ਫੋਰਸ ਲੱਗਣੀ ਆ ਜਿਹੜੀ ਅਸੀਂ ਥੰਬ ਨਾਲ ਦੱਸਦੇ ਹਾਂ। ਇਹਦੀ ਜਗ੍ਹਾ ਤੇ ਜੇ ਰਾਈਟ ਹੈਂਡ ਰੂਲ ਲਈਏ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਫਸਟ ਫਿੰਗਰ ਮੈਗਨੈਟਿਕ ਫੀਲਡ, ਸੈਕੰਡ ਫਿੰਗਰ ਮੇਰੇ ਕੋਲ ਜਿਹੜੀ ਕਰੰਟ ਦੀ ਡਾਇਰੈਕਸ਼ਨ ਆ ਇੰਡਿਊਸ ਕਰਨ ਦੀ, ਤੇ ਥੰਬ ਜਿਹੜਾ ਹੋਏਗਾ ਉਹ ਮੋਸ਼ਨ ਆਫ ਦਾ ਕੋਇਲ ਆ ਜਾਏਗਾ ਜਾਂ ਮੋਸ਼ਨ ਆਫ ਦਾ ਮੈਗਨੇਟ ਹੋਏਗਾ। ਕਲੀਅਰ ਹੈ ਨੀ ਗੱਲ? Yes, sir. Yes, sir. ਠੀਕ ਹੈ, ਸੋ ਆਪਣੇ ਕੋਲ ਜਿਹੜੀ ਡਾਇਰੈਕਸ਼ਨ ਆ ਗਈ ਡਾਇਰੈਕਸ਼ਨ ਆਫ ਕਰੰਟ ਯਾਨੀ ਡਾਇਰੈਕਸ਼ਨ ਆਫ ਇੰਡਿਊਸ ਕਰੰਟ, ਜਾਂ ਤਾਂ ਲੈਂਜ਼ ਲਾਅ ਨਾਲ ਦੱਸਾਂਗੇ ਤੇ ਜਾਂ ਉਹ ਡਾਇਰੈਕਸ਼ਨ ਜਿਹੜੀ ਅਸੀਂ ਫਲੇਮਿੰਗ ਕਹਿੰਦਾ ਜੀ ਰਾਈਟ ਹੈਂਡ ਰੂਲ ਨਾਲ ਡਿਫਾਈਨ ਕਰਦੇ। ਇਹ ਦੋਨੋਂ ਦੇ ਦੋਨੋਂ ਰੂਲ ਜਿਹੜੇ ਨੇ ਇੰਡਿਊਸ ਕਰੰਟ ਦੀ ਡਾਇਰੈਕਸ਼ਨ ਦੱਸਣ ਵਾਸਤੇ ਯੂਜ਼ ਹੋ ਜੂਗੇ। ਇਹਨਾਂ ਕਲੀਅਰ ਹੈ ਬੇਟਾ? Yes, sir. ਚਲ ਨੈਕਸਟ ਟੌਪਿਕ ਇੱਥੇ ਜਿਹੜਾ ਬਣਨਾ ਵਾ ਉਹ ਆ ਜਾਏਗਾ ਮੈਥਡਸ ਆਫ ਪ੍ਰੋਡਿਊਸਿੰਗ ਇੰਡਿਊਸਡ EMF। ਕਿਸੇ ਸਰਕਟ ਦੇ ਅੰਦਰ ਜੇ ਤੁਸੀਂ EMF ਇੰਡਿਊਸ ਕਰਨੀ ਆ ਤੇ ਕਿਹੜੇ ਕਿਹੜੇ ਮੈਥਡ ਆ ਬੇਟਾ? ਆਪਾਂ ਪੁੱਤ ਹੁਣੀ EMF ਦਾ ਇੱਕ ਫਾਰਮੂਲਾ ਲਿਖਿਆ ਸੀਗਾ। We know that EMF induced is given by minus d phi by dt. Clear है जी? Yes, sir. Yes. Phi हैगा फ्लक्स ते फ्लक्स ਦਾ ਸੀ ਫਾਰਮੂਲਾ ਪੜਿਆ ਆਲਰੇਡੀ, ਬਟ phi equal to BA cos theta। ठीक है, मैग्नेटिक फ्लक्स ਦਾ ਫਾਰਮੂਲਾ ਸੀਗਾ BA cos theta where theta is the angle between magnetic field vector and area vector। ठीक है, ਤੇ ਇਹਦੇ ਅਕੋਰਡਿੰਗਲੀ ਜੇ ਮੈਨੂੰ ਇੱਥੇ ਸਬਸਟੀਟਿਊਟ ਕਰ ਲਵਾਂ ਤੇ E ਦਾ ਪੁੱਤ ਫਾਰਮੂਲਾ ਆ ਗਿਆ -dA/dt ਆਫ BA cos theta। ਮਤਲਬ ਇਹ ਹੋਇਆ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਫੈਕਟਰ ਚੇਂਜ ਹੋਵੇ, ਤੁਹਾਡੇ ਕੋਲ ਸਰਕਟ ਦੇ ਅੰਦਰ ਜਿਹੜੀ ਮੈਗਨੈਟਿਕ ਫੀਲਡ ਦੀ ਸਟਰੈਂਥ ਆ ਉਹ ਚੇਂਜ ਹੋਵੇ, ਜਿਹਦਾ ਆਪਾਂ ਇੱਥੇ ਚੇਂਜ ਕਰਾਣੇ ਨੇ। ਠੀਕ ਆ, ਜੇ ਸਰਕਟ ਦੇ ਅੰਦਰ ਮੇਰੇ ਕੋਲ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਹੋਵੇ ਤਾਂ ਵੀ, ਜੇ ਸਰਕਟ ਦੇ ਅੰਦਰ ਮੈਗਨੈਟਿਕ ਫੀਲਡ ਦੀ ਸਟਰੈਂਥ ਕਾਂਸਟੈਂਟ ਕਰ ਦਵਾਂ ਤੇ ਏਰੀਆ ਆਫ ਦਾ ਕੋਇਲ ਜਿਹੜਾ ਵਾ ਮੈਗਨੈਟਿਕ ਫੀਲਡ ਦੇ ਅੰਦਰ ਉਹ ਚੇਂਜ ਹੋਵੇ ਤਾਂ ਵੀ, ਤੇ ਜੇ ਮੈਗਨੈਟਿਕ ਫੀਲਡ ਵੀ ਨਾ ਚੇਂਜ ਹੋਵੇ ਏਰੀਆ ਆਫ ਦਾ ਕੋਇਲ ਵੀ ਨਾ ਚੇਂਜ ਹੋਵੇ ਪਰ ਓਰੀਐਂਟੇਸ਼ਨ ਆਫ ਦਾ ਕੋਇਲ ਜਿਹਨੂੰ ਅਸੀਂ ਥੀਟਾ ਲਵਾਂਗੇ ਜੇ ਉਹ ਚੇਂਜ ਹੋਵੇ, even then magnetic flux will be changes and we said EMF will induce in the coil। क्या ਪਹਿਲਾਂ ਇੰਨੀ ਗੱਲ ਸਮਝ ਲੱਗੀ? Yes. Yes, sir. ਇਹਨਾਂ ਵਿੱਚੋਂ ਪਹਿਲਾ ਫੈਕਟਰ ਤੇ ਆਪਾਂ ਦੱਸਦੇ ਪਏ ਕਿ ਜਦੋਂ ਮੈਗਨੈਟਿਕ ਫੀਲਡ ਤੁਸੀਂ ਚੇਂਜ ਕਰਾਣੇ ਕੋਇਲ ਸਟੇਸ਼ਨਰੀ ਹੈ। ਹੁਣ ਪੁੱਤ ਦੂਜੀ ਆਪਾਂ ਐਗਜ਼ਾਮਪਲ ਇਦਾਂ ਬਣਾ Sir. ਹਾਂਜੀ ਬੱਚੇ Sir, orientation ਵਾਲਾ ਜਿਹੜਾ third point ਸੀ ਉਹ ਕਰੀ।
ਕਮਰ ਤਿੰਨੇ ਹੀ ਆਪਾਂ ਡਿਸਕਸ ਕਰਨ ਲੱਗੇ ਬੇਟਾ। Okay, sir. ਆਪਾਂ ਸਿਰਫ ਉਹਦੇ ਵਿੱਚੋਂ ਹਜੇ ਪਹਿਲਾ ਪਾਰਟ ਲਿੱਤਾ ਕਿ ਜਦੋਂ ਮੈਗਨੈਟਿਕ ਫੀਲਡ ਦੀ ਸਟਰੈਂਥ ਨੂੰ ਚੇਂਜ ਕਰਾਣੇ ਨਾ, ਉਦੋਂ ਨਾ ਤਾਂ ਕੋਇਲ ਦਾ ਏਰੀਆ ਚੇਂਜ ਕੀਤਾ, ਨਾ ਓਰੀਐਂਟੇਸ਼ਨ ਦਾ ਕੋਈ ਕਨਸੈਪਟ ਲਿੱਤਾ ਆਪਾਂ। ਹੁਣ ਦੂਜਾ ਪੁੱਤ ਇਹ ਦੱਸਣ ਲੱਗਿਆ ਕਿ ਮੰਨ ਲਓ ਕਿ ਕਿਸੇ ਇੱਕ ਰੀਜਨ ਦੇ ਅੰਦਰ ਤੁਸੀਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ, ਆ ਸਾਰੇ ਰੀਜਨ ਦੇ ਅੰਦਰ ਮੈਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਔਰ ਇੱਥੇ ਯੂਨੀਫਾਰਮ ਮੈਗਨੈਟਿਕ ਫੀਲਡ ਆ, ਔਰ ਇਸ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਅੰਡਰ ਆ ਮੰਨ ਲਓ ਮੇਰੇ ਕੋਲ ਕੋਈ ਇੱਕ ਰੈਕਟੈਂਗੂਲਰ ਕੋਇਲ ਆ ਮੇਰੀ, ਆ ਮੇਰੇ ਕੋਲ ਇੱਕ ਰੈਕਟੈਂਗੂਲਰ ਕੋਇਲ ਆ ਮੇਰੀ, ਇਹਨੂੰ ਆਪਾਂ ਹਜੇ ਅੱਗੇ ਜਾ ਕੇ ਡਿਟੇਲ ਚ ਇਸ ਤੋਂ ਬਾਅਦ ਇਹਦਾ ਇੱਕ ਹੋਰ ਟੌਪਿਕ ਪੜਨਾ ਵਾ ਏਰੀਆ ਦੇ ਨਾਲ ਰਿਲੇਟਡ। ਇਸ ਵੇਲੇ ਸਿਰਫ ਇੱਕ ਐਗਜ਼ਾਮਪਲ ਵੱਲੋਂ ਬਣਾ ਰਹੇ। ਹੁਣ ਜੇ ਮੈਂ ਇਸ ਕੋਇਲ ਨੂੰ ਇਸ ਮੈਗਨੈਟਿਕ ਫੀਲਡ ਦੇ ਅੰਦਰ ਬਾਹਰ ਮੂਵ ਕਰਾਵਾਂ ਤੇ ਐਸ ਸੱਚ ਇਹਦਾ ਏਰੀਆ ਜਿਹੜਾ ਸ਼ੀਟ ਦਾ ਹੋਏਗਾ, ਕੋਇਲ ਦਾ ਹੋਏਗਾ, ਇਹ ਮੈਗਨੈਟਿਕ ਫੀਲਡ ਦੇ ਏਰੀਆ ਦੇ ਅੰਦਰ ਘਟੂਗਾ ਵਧੂਗਾ? Yes, sir. Yes, sir. ਪੁੱਛੇ ਆ ਗੱਲ ਸਮਝ ਲੱਗ ਗਈ ਜੋ ਦੱਸ ਰਿਹਾ ਪੁੱਤ? Yes, sir. ਜਦੋਂ ਤੁਸੀਂ Yes, ਇਹਨੂੰ sir. ਮੂਵ ਕਰਾਉਂਗੇ ਮੈਗਨੇਟ ਨੂੰ, ਉਹ ਕਹਿੰਦਾ ਵੀ ਜਦੋਂ ਅਸੀਂ ਮੈਗਨੇਟ ਮੂਵ ਕਰਾਣੇ ਪਏ ਨਾ, ਸੌਰੀ ਮੈਗਨੇਟ ਅਸੀਂ ਸਟੇਸ਼ਨਰੀ ਰੱਖ ਲਈਆਂ ਤੇ ਇਸ ਮੈਗਨੈਟਿਕ ਫੀਲਡ ਦੇ ਰੀਜਨ ਚ ਤੁਸੀਂ ਕੋਇਲ ਸ਼ਿਫਟ ਕਰ ਦਿਓ। ਉਹ ਕਹਿੰਦਾ ਜਦੋਂ ਕੋਇਲ ਅੰਦਰ ਬਾਹਰ ਕਰਾਂਗਾ, ਠੀਕ ਹੈ ਨਾ, ਆਪਾਂ ਇਹਨੂੰ ਇਦਾਂ ਦਿਖਾ ਦਿੰਦੇ ਜਿੱਦਾਂ ਹੁਣ ਆ ਮੰਨ ਲਓ ਮੇਰੇ ਕੋਲ ਦੋ ਮੇਰੇ ਹੱਥ ਜਿਹੜੇ ਨੇ ਇਹ ਦੋ ਮੈਗਨੈਟਿਕ ਪੋਲ ਹੋ ਗਏ ਤੇ ਆ ਆਪਣੇ ਕੋਲ ਜਿਹੜਾ ਮੋਬਾਈਲ ਹੋ ਗਿਆ। ਹੁਣ ਇਹ ਅਸਿਊਮ ਕਰੋ ਕਿ ਵੀ ਆ ਇੱਕ ਮੈਗਨੇਟ ਦਾ ਪੋਲ ਆ ਗਿਆ, ਇਹਦਾ ਦੂਜਾ ਇੱਧਰ ਹੈਗਾ। ਆ ਇਸ ਵੇਲੇ ਕੋਇਲ ਜਿਹੜੀ ਮੇਰੀ ਆ ਇਹਦਾ ਲੀਸਟ ਏਰੀਆ ਸੀ ਮੰਨਦੇ ਪਏ ਮੈਗਨੈਟਿਕ ਫੀਲਡ ਦੇ ਅੰਦਰ ਗਿਆ, ਠੀਕ ਆ। ਹੁਣ ਜਿੱਦਾਂ ਜਿੱਦਾਂ ਇਹਨੂੰ ਮੈਂ ਥੱਲੇ ਨੂੰ ਮੂਵ ਕਰਾਈ ਜਾਵਾਂਗਾ ਮੈਗਨੈਟਿਕ ਫੀਲਡ ਦੇ ਅੰਡਰ ਇਹਦਾ ਏਰੀਆ ਚੇਂਜ ਹੁੰਦਾ ਜਾਏਗਾ। ਹਾਂਜੀ ਸਰ। ਠੀਕ ਆ, ਇਹਦਾ ਮਤਲਬ ਕੋਇਲ ਦੀ ਮੋਸ਼ਨ, ਹੁਣ ਮੈਗਨੇਟ ਦੀ ਮੋਸ਼ਨ ਨਹੀਂ ਹੈਗੀ, ਕੋਇਲ ਦੀ ਮੂਵਮੈਂਟ ਦੇ ਕਰਕੇ ਮੈਗਨੈਟਿਕ ਫੀਲਡ ਦੇ ਅੰਡਰ ਇਹਦਾ ਏਰੀਆ ਜਦੋਂ ਚੇਂਜ ਹੋਏਗਾ, ਅਸੀਂ ਕਹਿੰਦੇ ਫਿਰ ਜਿਹੜੀ ਉਦੋਂ ਵੋਲਟੇਜ ਇੰਡਿਊਸ ਹੋਏਗੀ, ਜਿਹੜੀ ਈਐਮਐਫ ਕੋਇਲ ਦੀ ਮੋਸ਼ਨ ਕਰਕੇ ਆਏਗੀ, ਉਹਨੂੰ ਇੱਕ ਨਾਮ ਵੀ ਦਿੰਨੇ ਆ, ਉਹਦੀ ਗੱਲ ਅੱਗੇ ਜਾ ਕੇ ਹਜੇ ਆਪਾਂ ਕਰਾਂਗੇ। that is called as the motional EMF। ਮੋਸ਼ਨ ਦੇ ਕਰਕੇ, ਕੋਇਲ ਦੀ ਮੋਸ਼ਨ ਕਰਕੇ ਜਿਹੜੀ ਕੋਇਲ 'ਚ EMF ਇੰਡਿਊਸ ਹੋਏਗੀ ਉਹਨੂੰ ਅਸੀਂ ਨਾਮ ਦਿੰਨੇ ਇਹ ਮੋਸ਼ਨਲ EMF ਆ। ਤੇ ਪੁੱਤ ਮੋਸ਼ਨਲ EMF ਲਈ ਰਿਸਪੌਂਸਿਬਲ ਆ ਕਿ ਵੀ ਤੁਹਾਡਾ ਮੈਗਨੈਟਿਕ ਫੀਲਡ ਸਟੈਟਿਕ ਆ, ਉਹ ਨਹੀਂ ਚੇਂਜ ਹੋ ਰਿਹਾ ਔਰ ਕੋਈ ਐਂਗਲ ਨਹੀਂ ਚੇਂਜ ਹੋ ਰਿਹਾ, ਠੀਕ ਆ। ਜੇ ਮੈਂ ਐਂਗਲ ਦੀ ਗੱਲ ਕਰਾਂ ਤਾਂ ਇਦਾਂ ਕਵਾਂਗਾ ਕਿ ਜੇ ਆ ਮੇਰੇ ਦੋ ਹੱਥਾਂ ਦੇ ਵਿੱਚ ਗੱਬੇ ਆ ਨਾਰਥ ਤੋਂ ਸਾਊਥ ਵਾਲੇ ਪਾਸੇ ਨੂੰ ਆ ਥੰਬ ਦੇ ਅਲੋਂਗ ਮੈਗਨੈਟਿਕ ਫੀਲਡ ਹੈਗਾ ਵਾ, ਹਨਾ, ਆ ਥੰਬ ਦੇ ਅਲੋਂਗ ਮੈਗਨੈਟਿਕ ਫੀਲਡ ਲਾਈਨ ਹੈਗੀਆਂ ਤੇ ਇਹਦੇ ਅੰਦਰ ਮੇਰੀ ਸ਼ੀਟ ਰੱਖ ਦਿੱਤੀ, ਇਹਦੇ ਅੰਦਰ ਮੈਂ ਆ ਆਪਣੀ ਕਿਸੇ ਕੋਇਲ ਨੂੰ ਮੂਵ ਕਰਾਉਣਾ ਪਿਆ, ਇਹਦਾ ਏਰੀਆ ਵੈਕਟਰ ਜਿਹੜਾ ਵਾ, ਇਹਦਾ ਏਰੀਆ ਵੈਕਟਰ ਇਸ ਸਾਈਡ ਨੂੰ ਆ ਤੇ ਆ ਜੇ ਮੈਗਨੇਟ ਦਾ ਨਾਰਥ ਪੋਲ ਆ ਤਾਂ ਸਾਊਥ ਇੱਧਰ ਆ ਤੇ ਮੈਗਨੈਟਿਕ ਫੀਲਡ ਵੀ ਇਸੇ ਪਾਸੇ ਨੂੰ ਆ। ਇਹਦਾ ਮਤਲਬ ਆ ਕਿ ਏਰੀਆ ਵੈਕਟਰ ਤੇ ਮੈਗਨੈਟਿਕ ਫੀਲਡ ਬੋਥ ਆਰ ਇਨ Same direction. ਸੇਮ ਡਾਇਰੈਕਸ਼ਨ। ਤੇ ਜਦੋਂ ਦੋਨੋਂ ਚੀਜ਼ਾਂ ਉਹ ਕਹਿੰਦਾ ਸੇਮ ਡਾਇਰੈਕਸ਼ਨ ਚ ਆ, ਇਹਦਾ ਮਤਲਬ ਇਹਨਾਂ ਵਿਚਲਾ ਥੀਟਾ ਨਹੀਂ ਚੇਂਜ ਹੋ ਰਿਹਾ। ਜਦੋਂ ਤੁਹਾਡੇ ਕੋਲ ਐਸਐਚ ਕੋਇਲ ਨੂੰ ਤੁਸੀਂ ਅੰਦਰ ਬਾਹਰ ਕਰਦੇ ਤੇ ਇਹਦਾ ਮਤਲਬ ਆ ਇਹਦੀ ਮੂਵਮੈਂਟ ਦੇ ਕਰਕੇ, ਕੋਇਲ ਦੀ ਮੂਵਮੈਂਟ ਦੇ ਕਰਕੇ, ਠੀਕ ਹੈ ਜੀ, ਫਲਕਸ ਚੇਂਜ ਹੋਏ ਪਰ ਉਹਦੇ ਚੇਂਜ ਹੋਣ ਦਾ ਕਾਜ਼ ਜਿਹੜਾ ਵਾ ਉਹ ਆ ਏਰੀਆ ਇਨਸਾਈਡ ਦਾ ਮੈਗਨੈਟਿਕ ਫੀਲਡ। ਹੁਣ ਨਾ ਤਾਂ ਬੀ ਬਦਲਿਆ ਨਾ ਥੀਟਾ ਬਦਲਿਆ। ਕਿਆ ਇੰਨੀ ਚੀਜ਼ ਕਲੀਅਰ ਆ? Yes, sir. Yes, sir. ਚਲ ਸੋ ਇਹਦੇ ਕਰਕੇ ਫਿਰ ਜਿਹੜੀ ਏਰੀਆ ਆਫ ਕੋਇਲ ਦੇ ਚੇਂਜ ਹੋਣ ਕਰਕੇ ਈਐਮਐਫ ਆਂਦੀ ਆ, ਉਹਨੂੰ ਅਸੀਂ ਮੋਸ਼ਨਲ ਈਐਮਐਫ ਕਹਿੰਦੇ। ਉਹਦਾ ਫਾਰਮੂਲਾ ਆਪਾਂ ਇਸ ਤੋਂ ਬਾਅਦ ਡਰਾਈਵ ਕਰਨਾ। ਥਰਡ ਤੇ ਲਾਸਟ ਫੈਕਟਰ ਓਰੀਐਂਟੇਸ਼ਨ। ਓਰੀਐਂਟੇਸ਼ਨ ਆਪਾਂ ਇਹਦਾ ਕਹਿ ਦਿੰਨੇ ਆ, ਮੰਨ ਲਓ ਮੇਰੇ ਕੋਲ ਐਸਐਚ ਇੱਕ ਕੋਇਲ ਗਿਵਨ ਆ ਮੇਰੀ ਇੱਕ ਕੋਇਲ ਗਿਵਨ ਆ, ਠੀਕ ਆ, which is to be placed inside the magnetic field। ਹੁਣ ਜਦੋਂ ਇਸ ਕੋਇਲ ਨੂੰ ਅਸੀਂ ਐਸਐਚ ਮੈਗਨੈਟਿਕ ਫੀਲਡ ਦੇ ਅੰਡਰ ਕਹਿੰਦਾ ਜੀ ਐਸਐਚ ਘੁਮਾਵਾਂਗੇ, ਠੀਕ ਆ, ਜਦੋਂ ਇਹ ਕੋਇਲ ਮੈਗਨੈਟਿਕ ਫੀਲਡ ਦੇ ਅੰਡਰ ਮੂਵ ਕਰੇਗੀ ਤੇ ਇਹਦਾ ਏਰੀਆ ਇਨਸਾਈਡ ਦਾ ਮੈਗਨੈਟਿਕ ਫੀਲਡ ਕਿਤੇ ਨਹੀਂ ਘਟਣਾ ਵਧਣਾ, ਉਹ ਸੇਮ ਹੀ ਰਹਿਣਾ। ਮਤਲਬ ਆ ਸਾਰੀ ਥਾਂ ਤੋਂ ਮੈਗਨੈਟਿਕ ਫੀਲਡ ਲਾਈਨਾਂ ਪਾਸ ਹੋ ਰਹੀਆਂ, ਯਾਨੀ ਮੈਗਨੈਟਿਕ ਫੀਲਡ ਦੀ ਸਟਰੈਂਥ ਇਸ ਪੂਰੇ ਏਰੀਆ 'ਚ ਕਾਂਸਟੈਂਟ ਆ। ਮੈਗਨੈਟਿਕ ਫੀਲਡ ਦੇ ਇੰਟੀਰੀਅਰ ਦੇ ਵਿੱਚ ਜਿਹੜਾ ਏਰੀਆ ਆਫ ਦਾ ਕੋਇਲ ਆ ਉਹ ਵੀ ਫਿਕਸ ਵਾ, ਪਰ ਕੰਟੀਨਿਊਸਲੀ ਕੋਇਲ ਦੀ ਮੂਵਮੈਂਟ ਦੇ ਕਰਕੇ ਜਿਹੜਾ ਐਂਗਲ ਹੋਏਗਾ that will going on changing। Yes, sir. Yes, sir. ਮੈਂ ਪੁੱਤ ਥਰਡ ਫੈਕਟਰ ਫੇਰ ਦੁਬਾਰਾ ਦੱਸਦਾ ਪਿਆ, ਜਿਹੜਾ ਏਸੀ ਜਨਰੇਟਰ ਅਸੀਂ ਪੜਿਆ 10th ਵਿੱਚ ਵੀ ਇਵਨ ਪੜਿਆ ਵਾ। ਜਨਰੇਟਰ ਦਾ ਬੇਸਿਕ ਪ੍ਰਿੰਸੀਪਲ ਇਹ ਆ ਕਿ ਜਦੋਂ ਤੁਹਾਡੇ ਆ ਦੋ ਮੈਗਨੇਟ ਦੇ ਪੋਲ ਪੀਸਿਸ ਹੋ ਗਏ
ਇਹਨਾਂ ਪੋਲ ਪੀਸਿਸ ਦੇ ਅਕ੍ਰੋਸ ਆ ਮੇਰੀ ਮੰਨ ਲਓ ਆਰਮੇਚਰ ਕੋਇਲ ਆ। ਹੁਣ ਜਦੋਂ ਇਹਦੇ ਅੰਦਰ ਇਥੋਂ ਦੀ ਮੈਗਨੈਟਿਕ ਲਾਈਨਾਂ ਇਹਨੂੰ ਪਾਸ ਕਰਦੀਆਂ ਪਈਆਂ, ਜਦੋਂ ਇਹ ਆਰਮੇਚਰ ਕੋਇਲ ਜਿਹੜੀ ਆ ਮੈਗਨੈਟਿਕ ਫੀਲਡ ਦੇ ਅੰਡਰ ਰੋਟੇਟ ਕਰਨਾ ਸ਼ੁਰੂ ਕਰੇਗੀ ਤੇ ਇਹਦੀ ਰੋਟੇਸ਼ਨ ਦੇ ਕਰਕੇ ਜਿਹੜਾ ਐਂਗਲ ਥੀਟਾ ਹੋਏਗਾ ਬਿਟਵੀਨ ਏਰੀਆ ਵੈਕਟਰ ਐਂਡ ਮੈਗਨੈਟਿਕ ਫੀਲਡ that will continuously going on changing। Yes, sir. ਤੇ ਫਿਰ ਜਦੋਂ ਏਰੀਆ ਆਫ ਦਾ ਕੋਇਲ ਵੀ ਫਿਕਸ ਆ, ਮੈਗਨੈਟਿਕ ਫੀਲਡ ਦੀ ਸਟਰੈਂਥ ਵੀ ਫਿਕਸ ਆ, ਪਰ orientation of the coil change ਹੋਵੇ, even then we said EMF will induce in the coil। क्या ਇੰਨੀ ਗੱਲ ਕਲੀਅਰ ਆ? Yes, sir. Yes, sir. ਸੋ ਆਪਾਂ ਤਿੰਨ ਮੈਥਡ ਕਰਦੇ ਪਏ। ਟੌਪਿਕ ਦਾ ਨਾਮ ਆਪਾਂ ਲਈਏ ਤੇ ਉਹਨੇ ਇਹ ਕਿਹਾ ਮੈਥਡ ਆਫ ਪ੍ਰੋਡਿਊਸਿੰਗ ਇੰਡਿਊਸਡ EMF। ਤਾਂ ਅਸੀਂ ਕਹਿੰਦੇ EMF ਦੇ ਇੰਡਿਊਸ ਹੋਣ ਦਾ ਕਾਜ਼ ਆ ਫਲਕਸ ਦੀ ਚੇਂਜ ਹੋਣਾ, ਔਰ ਫਲਕਸ ਚੇਂਜ ਕਿਤੇ ਕਿਤੇ ਕਰਕੇ ਹੋ ਸਕਦੀ, ਕਹਿੰਦਾ ਜੀ ਬਾਈ ਚੇਂਜਿੰਗ ਆਈਦਰ, ਕਹਿੰਦਾ ਜੀ ਆਫ ਦਾ ਫੈਕਟਰ। ਇਹਨਾਂ ਵਿੱਚੋਂ ਕਿਸੇ ਫੈਕਟਰ ਨੂੰ ਚੇਂਜ ਕਰਾਂ, ਅਸੀਂ ਕਹਿੰਦੇ ਕੋਇਲ ਦੇ ਅੰਦਰ EMF ਇੰਡਿਊਸ ਹੋ ਜਾਏਗੀ। क्या ਇੰਨੀ ਗੱਲ ਕਲੀਅਰ ਤਾਂ ਕਰਾਂ ਕੰਟੀਨਿਊ? Yes, sir. Yes, sir. ਚਲ ਨੈਕਸਟ ਆਪਣੇ ਕੋਲ ਐਸ ਸੱਚ ਪੁੱਤ ਇਹ ਸਾਰੇ ਟੌਪਿਕ ਥਿਉਰੀ ਦੇ ਨੇ, ਬੁੱਕ ਚੋਂ ਪੜਨ ਵਾਲੇ ਨੇ, ਠੀਕ ਹੈ ਜੀ, ਇਸ ਲਈ ਇਹਨੂੰ ਬੁੱਕ ਦੇ ਵਿੱਚੋਂ ਹੀ ਮੇਨ ਕਰਨਾ ਤੁਸੀਂ। ਇਹਨਾਂ ਸਾਰੇ ਫੈਕਟਰ ਦੇ ਵਿੱਚੋਂ ਜਿਹੜੇ ਤਿੰਨ ਫੈਕਟਰ ਕਰਦੇ ਪਏ, ਇਹਨਾਂ ਚੋਂ ਇੱਕ ਮੇਨ ਆ ਜਾਏਗਾ, ਠੀਕ ਹੈ, ਔਰ ਉਹਨੂੰ ਆਪਾਂ ਡਿਸਕਸ ਕਰਾਂਗੇ ਇਸ ਟੌਪਿਕ ਦੇ ਅੰਡਰ ਮੋਸ਼ਨਲ EMF। ਮੋਸ਼ਨਲ EMF ਦਾ ਮਤਲਬ ਉਹਨੇ ਦੱਸ ਕੇ ਹਟਿਆ, ਕਹਿੰਦਾ EMF which is induced in the coil due to motion of the coil। coil ਦੀ motion ਕਰਕੇ ਜਿਹੜੀ coil 'ਚ EMF induce ਹੋਏਗੀ ਉਹਨੂੰ ਅਸੀਂ ਨਾਮ ਦੇ ਦਿੰਦੇ ਕਿ ਉਹ ਮੇਰੀ motional EMF ਆ। ਕਿਸ ਚੀਜ਼ ਦੀ ਰਿਪਰੈਜ਼ੈਂਟੇਸ਼ਨ ਹੈਗੀ ਆ? ਕੋਈ ਨਿਆਣਿਓ across Magnetic field. Magnetic field, sir. ਕਿਹੜਾ Inward. magnetic field ਹੈਗਾ? ਮੈਂ ਇਹ ਤਿੰਨ ਚੀਜ਼ਾਂ Inward ਵਾਲਾ। Inward direction. ਬਿਲਕੁਲ ਠੀਕ। ਉੱਤੇ ਆ ਦੱਸਿਆ ਸੀ ਕਿ ਜੇਕਰ ਇਕੁਅਲ ਡਿਸਟੈਂਸ ਪੈਰਲਲ ਲਾਈਨਾਂ ਡਰਾ ਕਰੋਗੇ ਨਾ ਤੇ ਇਟ ਆਲਵੇਸ ਟੂ ਬੀ ਮੀਨ ਯੂਨੀਫਾਰਮ ਮੈਗਨੈਟਿਕ ਫੀਲਡ ਇਨ ਦਾ ਪਲੇਨ ਆਫ ਪੇਪਰ। ਪਰ ਜੇ ਇਹਦੀ ਥਾਂ ਤੇ ਮੈਂ ਇਕੁਅਲ ਡਿਸਟੈਂਸ ਜਿਹੜੀ ਹੈ ਡਾਟ ਲਗਾਉਂਦਾ ਚੱਲਾਂਗਾ ਤੇ ਇਟ ਆਲਵੇਸ ਮੀਨ uniform magnetic field perpendicular to the plane of paper and outward। ਯਾਨੀ ਇਹਦੇ ਅਕੋਰਡਿੰਗਲੀ ਜਿਹੜਾ ਮੈਗਨੈਟਿਕ ਫੀਲਡ ਹੈਗਾ ਉਹ ਇਸ ਬੋਰਡ ਵਾਲੇ ਪਲੇਨ ਦੇ ਪਰਪੈਂਡੀਕੂਲਰ ਹੈ ਤੇ ਆਊਟਵਰਡ ਆ। ਮੈਗਨੈਟਿਕ ਫੀਲਡ ਹਮੇਸ਼ਾ ਨਾਰਥ ਟੂ ਸਾਊਥ ਹੁੰਦਾ। ਇਹਦਾ ਮਤਲਬ ਆ ਬੋਰਡ ਵਾਲਾ ਹੱਥ ਮੇਰਾ ਨਾਰਥ ਹੋਏਗਾ ਤੇ ਬਾਹਰ ਵਾਲਾ ਹੱਥ ਮੇਰਾ ਸਾਊਥ ਹੋਏਗਾ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਨਾਰਥ ਟੂ ਸਾਊਥ ਆਊਟਵਰਡ ਹੋਏਗੀ। ਤੇ ਕ੍ਰਾਸ ਜਿਹੜੇ ਨੇ ਉਹ ਦੱਸਦੇ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਟੂ ਦਾ ਬੋਰਡ and is in inward direction। क्या इतनी गल क्लियर है? Yes, sir. Yes, sir. चलो इसे नु कंटिन्यू कर रहे हैं। उन्हें अपने टॉपिक से क्या हुआ कि ਤੁਹਾਡੇ ਕੋਲ ਇੱਕ ਰੀਜਨ ਦੇ ਅੰਦਰ ਤੁਸੀਂ ਮੈਗਨੈਟਿਕ ਫੀਲਡ ਅਪਲਾਈ ਕਰਤਾ, ਔਰ ਕਿਉਂਕਿ ਅਸੀਂ ਉੱਪਰ ਗੱਲ ਕੀਤੀ ਆ ਕਿ ਵੀ ਅਸੀਂ ਫਲਕਸ ਦੀ ਚੇਂਜ ਜਿਹੜੀ ਆ ਉਹ ਕੋਇਲ ਦੀ ਮੋਸ਼ਨ ਤੋਂ ਬਣਾਣੀ ਆ, ਕਿਤੇ ਵੀ ਅਸੀਂ ਮੈਗਨੈਟਿਕ ਫੀਲਡ ਦੀ ਸਟਰੈਂਥ ਨਹੀਂ ਚੇਂਜ ਕਰਨੀ। ਯਾਨੀ ਆ ਪੂਰੇ ਦੇ ਪੂਰੇ ਰੀਜਨ 'ਚ ਯੂਨੀਫਾਰਮ ਮੈਗਨੈਟਿਕ ਫੀਲਡ ਆ ਤੇ ਇਸ ਯੂਨੀਫਾਰਮ ਮੈਗਨੈਟਿਕ ਫੀਲਡ ਵਾਲੇ ਰੀਜਨ ਦੇ ਅੰਦਰ ਆ ਮੰਨ ਲਓ ਤੁਹਾਡੇ ਕੋਲ ਇੱਕ ਰੈਕਟੈਂਗੂਲਰ ਕੋਇਲ ਹੋਗੀ ਤੁਹਾਡੀ। we are considering we have one rectangular coil, ठीक है जी, which is moving with the velocity v, which is moving with the velocity v in the कहना जी magnetic field। मतलब तो जे मैं इदा लवां आ magnetic field perpendicular ਤੇ inward आ, ਇਹਦਾ ਮਤਲਬ ਮੇਰਾ ਆ ਹੱਥ ਜਿਹੜਾ ਵਾ ਇਹ ਮੈਗਨੇਟ ਦਾ ਨਾਰਥ ਪੋਲ ਬਣਿਆ ਤੇ ਬੋਰਡ ਦੇ ਪਿੱਛੇ ਮੇਰਾ ਸਾਊਥ ਪੋਲ ਆ ਗਿਆ ਤੇ ਇਸ ਸਾਰੀ ਥਾਂ ਤੇ ਮੈਗਨੈਟਿਕ ਵੀ ਲਾਈਨਾਂ ਅੰਦਰ ਨੂੰ ਜਾ ਰਹੀਆਂ। ਓਏ ਗੱਲ ਸਮਝ ਲੱਗਦੀ ਪਈ? Yes, sir. ਪੁੱਤਰ ਰਿਸਪੌਂਡ ਜ਼ਰੂਰ ਕਰੋ, ਪੜ੍ਹਾਉਣ ਦਾ ਮਜ਼ਾ ਉਦੋਂ ਹੀ ਆਉਂਦਾ, ਠੀਕ ਆ। ਇਹਦਾ ਮਤਲਬ ਜੇ ਮੈਗਨੈਟਿਕ ਪਰਪੈਂਡੀਕੂਲਰ ਐਂਡ ਇਨਵਰਡ ਆ ਮੇਰੇ ਕੋਲ ਐਸ ਸੱਚ ਅਸੀਂ ਇਹ ਅਸਿਊਮ ਕਰਦੇ ਪਏ ਇੱਥੇ ਨਾਰਥ ਪੋਲ ਹੋ ਗਿਆ, ਅੰਦਰ ਸਾਊਥ ਆ ਤੇ ਆ ਮੇਰੇ ਹੱਥ ਤੋਂ ਅੰਦਰਲੇ ਪਾਸੇ ਸਾਰੇ ਮੈਗਨੈਟਿਕ ਫੀਲਡ ਆ ਮੇਰੀ ਇੱਕ ਕੋਇਲ ਹੋ ਗਈ। ਇਸ ਕੋਇਲ ਨੂੰ ਮੈਂ ਮੈਗਨੈਟਿਕ ਫੀਲਡ ਦੇ ਅੰਦਰ ਲੈ ਕੇ ਜਾ ਰਿਹਾ, ਠੀਕ ਹੈ। when the coil is moving inside the magnetic field, then area of the coil inside the magnetic field that will going on increasing and decreasing। Yes, sir. Yes, sir. Yes, sir. ਠੀਕ ਆ। ਉਹ ਕਹਿੰਦਾ ਫਿਰ ਜਦੋਂ ਕੋਇਲ ਤੁਹਾਡੀ ਸ਼ਿਫਟ ਹੋਏਗੀ ਨਾ ਮੈਗਨੈਟਿਕ ਦੇ ਅੰਦਰ, ਅਸੀਂ ਮੰਨ ਲਿਆ ਕਿ ਕੋਇਲ ਮੰਨ ਲਓ ਮੇਰੀ v ਵੈਲੋਸਿਟੀ ਨਾਲ ਚੱਲਦੀ ਹੈ
और पुत्र ये मैटल दी मेरे को यानी एक कंडक्टर गिवन आ ते कंडक्टर दे अंदर वी नो फ्री इलैक्ट्रॉन आर टू बी प्रेजेंट। गल किथे जोड़न लग्या उस गल नूं समझियो ध्यान नाल। ਅਸੀਂ ਮੰਨਿਆ ਕਿ ਵੀ ਇੱਕ ਰੈਕਟੈਂਗੂਲਰ ਕੁਆਇਲ ਆ ਗਈ, ਠੀਕ ਆ, ਜਿਹੜੀ ਕਿ ਕਿਸੇ ਕੰਡਕਟਿੰਗ ਮਟੀਰੀਅਲ ਤੋਂ ਬਣੀ ਆ, ਔਰ ਇਸ ਕੁਆਇਲ ਨੂੰ ਤੁਸੀਂ ਐਸ ਸੱਚ ਮੈਗਨੈਟਿਕ ਫੀਲਡ ਦੇ ਅੰਡਰ v ਵੈਲੋਸਿਟੀ ਨਾਲ ਮੂਵ ਕਰਾ ਰਹੇ ਹੋ। ਹੁਣ ਜਦੋਂ ਇਹ ਕੁਆਇਲ ਮੇਰੀ v ਵੈਲੋਸਿਟੀ ਨਾਲ ਮੈਗਨੈਟਿਕ ਦੇ ਅੰਦਰ ਮੂਵ ਕਰੇਗੀ ਨਾ ਤੇ v ਅਬਜ਼ਰਵ ਵਨ ਥਿੰਗ ਕਹਿੰਦਾ ਜੀ v ਅਬਜ਼ਰਵ ਇਸ ਕੁਆਇਲ ਦੇ ਜਿਹੜਾ ਰੈਕਟੈਂਗੂਲਰ ਕੁਆਇਲ ਆ ਇਹਦੇ ਦੋ ਐਂਡ ਦੇ ਅਕ੍ਰੋਸ, ਇਹਦੇ ਦੋ ਐਂਡ ਦੇ ਅਕ੍ਰੋਸ ਮੇਰੇ ਕੋਲ ਈਐਮਐਫ ਇੰਡਿਊਸ ਹੋ ਗਈ। ਉਹ ਕਹਿੰਦਾ ਵੀ ਉਹ ਕਿੱਥੋਂ ਆ ਗਈ ਔਰ ਸਾਨੂੰ ਕਿੱਥੋਂ ਪਤਾ ਲੱਗਿਆ? ਉਹ ਕਹਿੰਦਾ ਜੇ ਮੈਂ ਇਸ ਕੁਆਇਲ ਦੇ ਆ ਜਿਹੜੇ ਦੋ ਐਂਡ ਨੇ, ਇਸ ਕੁਆਇਲ ਦੇ ਆ ਜਿਹੜੇ ਦੋ ਐਂਡ ਨੇ, ਜੇ ਮੈਂ ਇਹਦੇ ਨਾਲ ਇੱਕ ਬਲਬ ਅਟੈਚ ਕਰ ਦਵਾਂ, ਠੀਕ ਆ, ਕੁਆਇਲ ਦੇ ਜਿਹੜੇ ਦੋ ਐਂਡ ਨੇ ਜੇ ਮੈਂ ਇਹਦੇ ਨਾਲ ਇੱਕ ਬਲਬ ਅਟੈਚ ਕਰ ਦਵਾਂ ਔਰ ਮੈਂ ਆਬਜ਼ਰਵ ਕਰਾਂਗਾ when you start moving the coil inside the magnetic this bulb will glow। ਹੁਣ ਬਲਬ ਕਦੋਂ ਗਲੋ ਕਰੇਗਾ? जब EMI होगा। ਜਦੋਂ ਮੇਰੇ ਕੋਲ ਸਰਕਟ ਦੇ ਅੰਦਰ ਇੰਡਿਊਸ ਕਰੰਟ ਹੋਏਗਾ, ਕਿਉਂਕਿ ਬਲਬ ਨੇ ਜਗਣਾ ਕਰੰਟ ਨਾ, ਠੀਕ ਹੈ, ਗੱਲ ਸਮਝੋ ਜੋ ਦੱਸਣ ਲੱਗਿਆ। ਈਐਮਐਫ ਜਿਹੜੀ ਹੈਗੀ ਆ ਉਹ ਕਿਸੇ ਓਪਨ ਸਰਕਟ 'ਚ ਵੀ ਆ ਸਕਦੀ ਆ। ਈਐਮਐਫ ਮੈਂ ਫੇਰ ਲਾਈਨ ਰਿਪੀਟ ਕਰ ਰਿਹਾ, ਤੁਹਾਡੇ ਲਈ ਇੰਪੋਰਟੈਂਟ ਆ। ਈਐਮਐਫ ਜਦੋਂ ਸਰਕਟ 'ਚ ਇੰਡਿਊਸ ਹੁੰਦੀ ਆ ਤੇ ਈਐਮਐਫ ਕਿਸੇ ਵੀ ਓਪਨ ਸਰਕਟ 'ਚ ਵੀ ਹੋ ਸਕਦੀ ਆ, ਪਰ ਇੰਡਿਊਸ ਕਰੰਟ ਸਰਕਟ 'ਚ ਸਿਰਫ ਉਦੋਂ ਆਂਦਾ ਜਦੋਂ ਸਰਕਟ ਕੰਪਲੀਟ ਕਲੋਜ਼ ਸਰਕਟ ਹੋਏਗਾ। क्या आ गल समझ लगी बेटा? Yes, sir. फिर इस लाइन ਨੂੰ ਰਿਪੀਟ ਕਰ ਰਿਹਾ। ਆ ਵਰਡ ਓਪਨ ਤੇ ਕਲੋਜ਼ ਸਰਕਟ ਸੀ, ਇਦਾਂ ਕਿਹਾ ਸੀਗਾ ਕਿ ਜੇ ਮੰਨ ਲਓ ਆ ਇੱਕ ਰੈਜ਼ਿਸਟਰ ਗਿਵਨ ਆ, ਇਹਦੇ ਨਾਲ ਤੁਸੀਂ ਇੱਕ ਸੈੱਲ ਲਾਤਾ, ਨਾਲ ਇੱਕ ਅਸੀਂ 92 ਕੀ ਲਾ ਦਈਏ, ਠੀਕ ਆ, ਤੇ ਆ ਕਿਹਾ ਸੀਗਾ ਕਿ ਜਦੋਂ ਤੁਸੀਂ ਐਸ ਐਚ ਕੀ ਪ੍ਰੈਸ ਨਹੀਂ ਕਰਦੇ, ਜਦੋਂ ਤੱਕ ਤੁਸੀਂ ਕੀ ਪ੍ਰੈਸ ਨਹੀਂ ਕਰਦੇ, ਕਿਆ ਇਸ ਰੈਜ਼ਿਸਟਰ 'ਚ ਕਰੰਟ ਫਲੋ ਕਰੋ? No, sir. नहीं करेगा। पर जे मैं इस कहंदा जी एस सच आ बैटरी या सेल दे अक्रॉस एक वोल्ट मीटर ला के देखा ते जेड़ा मैं वोल्ट मीटर इहदे अक्रॉस लगावांगा, ये वोल्ट मीटर इस सेल दी वोल्टेज दा मेजर कर ही दਊਗਾ। Yes sir। Yes sir। ते आ गल समझ लगदी भी जो दसदा पिया। ਇਹਦਾ ਮਤਲਬ ਉੱਤੇ हाँ जी। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਸਰਕਟ ਓਪਨ ਸਰਕਟ ਵੀ ਆ, ਇਵਨ ਦੈਨ, ਠੀਕ ਹੈ ਜੀ, ਸੈੱਲ ਦੇ ਦੋ ਟਰਮੀਨਲ ਦੇ ਕ੍ਰਾਸ ਤੁਸੀਂ ਈਐਮਐਫ ਮੇਜਰ ਕਰ ਪਾ ਰਹੇ ਹੋ, ਪਰ ਸਰਕਟ ਦੇ ਅੰਦਰ ਜੇ ਐਮ ਮੀਟਰ ਲੱਗਿਆ ਹੋਇਆ, ਜੇ ਸਰਕਟ ਦੇ ਅੰਦਰ ਐਮ ਮੀਟਰ ਲੱਗਿਆ ਹੈ ਤਾਂ ਇਸ ਕੇਸ 'ਚ ਐਮ ਮੀਟਰ ਦੀ ਰੀਡਿੰਗ 0, ਠੀਕ ਹੈ। ਜਦੋਂ ਆ ਕੀ ਪ੍ਰੈਸ ਕਰੂੰਗਾ ਯਾਨੀ ਕਲੋਜ਼ ਸਰਕਟ ਹੋਏਗਾ, ਫਿਰ ਇਹ 'ਚ ਕਰੰਟ ਫਲੋ ਕਰੇਗਾ ਤੇ ਫਿਰ ਐਮ ਮੀਟਰ ਮੇਰੇ ਕੋਲ ਡਿਫਲੈਕਸ਼ਨ ਦੇਗਾ। ਇੰਨੀ ਗੱਲ ਕਲੀਅਰ? Yes sir। ਸੋ ਇਤੋਂ ਅਸੀਂ ਵਰਡ ਇਹ ਲਿੱਤਾ ਕਿ ਈਐਮਐਫ ਜਿਹੜੀ ਹੈਗੀ ਆ ਉਹ ਕਿਸੇ ਓਪਨ ਸਰਕਟ 'ਚ ਵੀ ਇੰਡਿਊਸ ਹੁੰਦੀ ਆ, ਪਰ ਜਿਹੜਾ ਕਰੰਟ ਹੈਗਾ ਵਾ, ਇੰਡਿਊਸ ਕਰੰਟ ਹੈਗਾ, ਉਹ ਹਮੇਸ਼ਾ ਇੱਕ ਕਲੋਜ਼ ਸਰਕਟ 'ਚ ਹੀ ਡਿਵੈਲਪ ਹੁੰਦਾ। ਇੰਨੀ ਗੱਲ ਕਲੀਅਰ ਆ? Yes sir। Yes, sir. ਚਲੋ ਉਸੇ ਗੱਲ ਤੇ ਵਾਪਸ ਆ ਰਹੇ ਹਾਂ। ਸੋ ਜੇ ਇਸ ਮੂਵਮੈਂਟ ਤੇ ਉਹ ਕਹਿੰਦਾ ਜੀ ਜਦੋਂ ਤੁਸੀਂ ਕੁਆਇਲ ਨੂੰ ਮੈਗਨੇਟ ਦੇ ਅੰਦਰ ਮੈਗਨੈਟਿਕ ਦੇ ਅੰਦਰ ਮੂਵ ਕਰਾਇਆ ਤੇ ਬੇਟੇ ਅਸੀਂ ਆਬਜ਼ਰਵ ਕੀਤਾ ਕਿ ਇਸ ਮੂਵਮੈਂਟ ਤੇ ਆ ਬਲਬ ਗਲੋ ਕਰਨਾ ਸ਼ੁਰੂ ਹੋ ਗਿਆ। ਉਹ ਕਹਿੰਦਾ ਬਲਬ ਗਲੋ ਕਦੋਂ ਕਰੂ? ਜਦੋਂ ਅਸੀਂ ਕਹਿੰਦੇ ਜੀ ਆ ਸਰਕਟ ਦੇ ਵਿੱਚ ਕਰੰਟ ਫਲੋ ਕਰੂ। ਉਹ ਕਹਿੰਦਾ ਕਰੰਟ ਕਿੱਥੋਂ ਆ ਗਿਆ? ਅਸੀਂ ਕਹਿੰਦੇ ਜੇ ਆ ਦੋ ਟਰਮੀਨਲ ਦੇ ਵਿੱਚ, ਯਾਨੀ ਆ ਮੇਰੇ ਕੋਲ ਕੰਡਕਟਰ ਦੇ ਦੋ ਐਂਡ ਦੇ ਵਿੱਚ ਜੇ ਈਐਮਐਫ ਬਣੀ ਹੋਵੇ, ਯਾਨੀ ਜੇ ਆ ਦੋ ਟਰਮੀਨਲ ਏ, ਇਹਨੂੰ ਕੁਝ ਨਾਮ ਦੇ ਦਿਓ P ਤੇ Q, ਆ ਜਿਹੜੇ P ਤੇ Q ਦੋ ਐਂਡ ਬਣ ਗਏ ਮੇਰੇ ਗਿਵਨ ਕੁਆਇਲ ਦੇ, ਜੇ ਇਹ ਦੋ ਐਂਡ ਦੇ ਅਕ੍ਰੋਸ, ਠੀਕ ਹੈ, ਮੇਰੇ ਕੋਲ ਪੋਟੈਂਸ਼ੀਅਲ ਡਿਫਰੈਂਸ ਹੋਏਗਾ, ਓਨਲੀ ਦੈਨ ਕਹਿੰਦਾ ਜੀ ਇਸ ਬਲਬ 'ਚ ਕਰੰਟ ਫਲੋ ਕਰੋ। Yes, sir. ਤੇ ਹੁਣ Yes. ਕੰਡਕਟਰ ਦੇ ਇਸ ਕੁਆਇਲ ਦੇ ਦੋ ਐਂਡ ਦੇ ਅਕ੍ਰੋਸ ਉਹ ਕਹਿੰਦਾ ਪੋਟੈਂਸ਼ੀਅਲ ਡਿਫਰੈਂਸ ਕਿੱਥੋਂ ਆਏਗਾ? ਪੋਟੈਂਸ਼ੀਅਲ ਡਿਫਰੈਂਸ ਤਾਂ ਕਿਸੇ ਬੈਟਰੀ ਨਾਲ ਆਣਾ, ਤੇ ਅਸੀਂ ਬਿਨਾ ਬੈਟਰੀ ਲਾਏ ਸਿਰਫ ਕੁਆਇਲ ਦੀ ਮੋਸ਼ਨ ਦੇ ਨਾਲ, ਅਸੀਂ ਬਿਨਾ ਬੈਟਰੀ ਲਾਏ ਸਿਰਫ ਕੁਆਇਲ ਦੀ ਮੋਸ਼ਨ ਦੇ ਨਾਲ ਜੇ ਈਐਮਐਫ ਇੰਡਿਊਸ ਕਰਦੇ ਆ, ਠੀਕ ਹੈ, ਤੇ ਉਸ ਈਐਮਐਫ ਨੂੰ ਅਸੀਂ ਨਾਮ ਦਿੰਦੇ ਦੈਟ ਇਜ਼ ਕਾਲਡ ਐਜ਼ ਅ ਮੋਸ਼ਨਲ ਈਐਮਐਫ। क्या ਇੰਨੀ ਗੱਲ ਸਮਝ ਲੱਗੀ? Yes, sir. Yes sir। Yes. ਪੁੱਤ ਮੋਸ਼ਨਲ ਈਐਮਐਫ ਵਰਡ ਹੈ ਕੀ ਆ, ਉਹਦਾ ਕਨਸੈਪਟ ਹੈ ਕੀ ਆ? क्या ਇੰਨੀ ਗੱਲ ਸਮਝ ਲੱਗਦੀ ਵੀ ਸਾਰਿਆਂ ਨੂੰ? Yes, sir. Yes sir। Sir.
Yes. ਠੀਕ ਹੈ ਜੀ, ਇਹ ਤੋਂ ਕੱਲ ਨੂੰ ਕੰਟੀਨਿਊ ਕਰਾਂਗੇ। ਟੌਪਿਕ ਕੰਪਲੀਟ ਨਹੀਂ ਹੋਣਾ ਕਿਉਂਕਿ ਇੱਥੇ ਨਾਲ ਹੀ ਹੋਰ ਪਾਵਰ ਵਾਲਾ ਵੀ ਜੁੜਨਾ ਵਾ ਟੌਪਿਕ। ਕੱਲ ਇਸੇ ਥਾਂ ਤੋਂ ਕੰਟੀਨਿਊ ਕਰਾਂਗੇ। ਰੈਗੂਲਰ ਟਾਈਮ ਕੱਲ 3 ਵਜੇ ਵਾਲਾ ਹੀ ਹੈ ਤੁਹਾਡਾ, 3:15 ਵਾਲਾ। ਓਕੇ ਬੱਚੇ, Thank you, sir. Thank Thank you, sir. Thank you, Okay, sir. beta। Thank you, sir. खुश रहो जी, खुश रहो।